15ਵੀਂ ਵਾਰ ਦੀ 15ਵੀਂ ਪੌੜੀ। ਰੱਬ ਦੀ ਕੁਦਰਤ ਬਹੁਤ ਬੇਅੰਤ ਹੈ, ਬਹੁਤ ਬੇਅੰਤ ਹੈ। ਲੱਖ ਤੀਰਥ, ਲੱਖ ਦੇਵਤੇ, ਪਾਰਸ ਲੱਖ ਰਸਾਇਣ ਜਾਣੇ। ਰਸਾਇਣ ਜਾਣੇ, ਸੋਨਾ ਬਣਾਉਣਾ ਜਾਣਦੇ ਹਨ। ਰਸਾਇਣ ਉਸ ਵਾਹਿਗੁਰੂ ਦੀ ਕੁਦਰਤ ਵਿੱਚ ਲੱਖਾਂ ਤੀਰਥ ਹਨ, ਲੱਖਾਂ ਹੀ ਦੇਵਤੇ ਹਨ, ਲੱਖਾਂ ਹੀ ਪਾਰਸ ਹਨ, ਲੱਖਾਂ ਹੀ ਉਹ ਜੀਵ ਹਨ ਜੋ ਰਸਾਇਣ ਨਾਲ ਸੋਨਾ ਬਣਾਉਣਾ ਜਾਣਦੇ ਹਨ। ਉਸਦੀ ਕੁਦਰਤ ਬੇਅੰਤ ਹੈ, ਬੇਅੰਤ ਹੈ। ਲੱਖ ਚਿੰਤਾਮਨ ਪਾਰਜਾਤ ਕਾਮ ਧੇਨ, ਲੱਖ ਅੰਮ੍ਰਿਤਿਆਣੀ। ਉਸ ਰੱਬ ਦੇ ਕੁਦਰਤ ਵਿੱਚ ਲੱਖਾਂ ਹੀ ਚਿੰਤਾਮਣੀਆਂ ਹਨ, ਲੱਖਾਂ ਹੀ ਪਾਰਜਾਤ ਹਨ। ਚਿੰਤਾਮਣੀ ਵੀ ਚਿੰਤਾ ਦੂਰ ਕਰਦੀ ਹੈ, ਤਾਂ ਮਨੀ ਹੈ, ਉਹਦੇ ਕੋਲ ਜੋ ਮਰਜ਼ੀ ਮੰਗ ਲਓ, ਤੁਹਾਡੀਆਂ ਸਾਰੀਆਂ ਚਿੰਤਾਵਾਂ ਫਿਕਰ ਦੂਰ ਕਰ ਦਿੰਦੀ ਹੈ। ਪਾਰਜਾਤ ਇੱਕ ਰੁੱਖ ਹੈ, ਜਿਹਦੇ ਕੋਲ ਜੋ ਮੰਗੋ, ਹਿੰਦੂ ਮੰਨਦਾ ਕਿ ਸੁਰਗ ਦਾ ਰੁੱਖ ਹੈ, ਤੇ ਜੋ ਉਹਦੇ ਕੋਲ ਮੰਗੋ ਉਹ ਦੇ ਦਿੰਦਾ। ਕਾਮ ਧੇਨ ਇੱਕ ਗਾਂ ਦਾ ਨਾਂ ਹੈ, ਉਹ ਜੋ ਮੰਗੋ ਉਹ ਦੇ ਦਿੰਦੀ ਹੈ। ਤੋ ਵਾਹਿਗੁਰੂ ਕਹਿੰਦਾ ਉਸ ਰੱਬ ਦੀ ਕੁਦਰਤ ਵਿੱਚ ਲੱਖਾਂ ਹੀ ਚਿੰਤਾਮਣੀਆਂ ਹਨ, ਲੱਖਾਂ ਹੀ ਪਾਰਜਾਤ ਹਨ, ਲੱਖਾਂ ਹੀ ਕਾਮ ਧੇਨ ਗਊਆਂ ਹਨ। ਇਹ ਸਾਰੀਆਂ ਇੱਛਾ ਪੂਰੀਆਂ ਕਰਦੀਆਂ ਹਨ ਤੇ ਲੱਖ ਹੀ ਅੰਮ੍ਰਿਤ ਸਰੀਰ ਨੂੰ ਅਮਰ ਕਰ ਦੇਣ ਵਾਲੇ ਹਨ। ਕੁਦਰਤ ਬੇਅੰਤ, ਕੁਦਰਤ ਬੇਅੰਤ ਹੈ, ਕੁਦਰਤ ਬੇਅੰਤ ਹੈ। ਰਤਨਾ ਸਣ ਸਾਇਰ ਘਣੇ ਰਿੱਧ ਸਿੱਧ ਨਿੱਧ ਸੋਭਾ ਸੁਲਤਾਨੇ। ਰਤਨਾ ਸਣ, ਸਣ ਮੈਨੇ ਸਣੇ, ਸਾਇਰ ਮੈਨੇ ਸਮੁੰਦਰ, ਘਣੇ ਮੈਨੇ ਬਹੁਤ, ਨਿੱਧ ਮੈਨੇ ਖਜ਼ਾਨੇ, ਰਿੱਧ ਸਿੱਧ ਰਿੱਧੀਆਂ ਸਿੱਧੀਆਂ ਤਾਕਤਾਂ। ਤੋਂ ਰਤਨਾ ਸਮੇਤ ਬਹੁਤ ਸਮੁੰਦਰ ਹਨ, ਮਤਲਬ ਸਮੁੰਦਰ ਵਿੱਚ ਰਤਨ ਭਰੇ ਪਏ ਹਨ। ਲੱਖਾਂ ਹੀ ਰਿੱਧੀਆਂ ਸਿੱਧੀਆਂ ਵਾਲੇ ਹਨ, ਲੱਖਾਂ ਹੀ ਚੱਕਰਵਰਤੀ ਬਾਦਸ਼ਾਹ ਹਨ ਜੋ ਸੁਭਾਏਮਾਨ ਹਨ, ਤੋਂ ਸੋਭਾ ਵਾਲੇ ਹਨ। ਬੇਅੰਤ ਕੁਦਰਤ ਹੈ ਉਹਦੀ, ਬੇਅੰਤ ਕੁਦਰਤ ਹੈ। ਲੱਖ ਪਦਾਰਥ, ਲੱਖ ਫਲ, ਲੱਖ ਨਿਧਾਨ, ਅੰਤਰ ਫੁਰਮਾਨੇ। ਨਿਧਾਨ ਹੁੰਦਾ ਖਜ਼ਾਨੇ, ਫਰਮਾਨੇ ਹੁੰਦਾ ਹੁਕਮ ਵਿੱਚ। ਤੋ ਰੱਬ ਦੀ ਕੁਦਰਤ ਵਿੱਚ ਲੱਖਾਂ ਹੀ ਐਸੇ ਹਨ ਜਿਨ੍ਹਾਂ ਦੇ ਹੁਕਮ ਵਿੱਚ ਲੱਖਾਂ ਹੀ ਪਦਾਰਥ ਹਨ, ਲੱਖਾਂ ਹੀ ਫਲ ਹਨ, ਲੱਖਾਂ ਹੀ ਖਜ਼ਾਨੇ ਹਨ। ਲੱਖ ਸ਼ਾਹ ਪਾਤਸ਼ਾਹ, ਲੱਖ ਲੱਖ ਨਾਥ ਅਵਤਾਰ ਸੁਹਾਣੇ। ਤੋ ਲੱਖਾਂ ਲੋਕ ਸ਼ਾਹ ਹਨ, ਲੱਖਾਂ ਹੀ ਬਾਦਸ਼ਾਹ ਹਨ, ਲੱਖਾਂ ਹੀ ਕੰਨ ਪਾਟੇ ਜੋਗੀ ਹਨ, ਲੱਖਾਂ ਹੀ ਅਵਤਾਰ ਉਸਦੀ ਕੁਦਰਤ ਵਿੱਚ ਸੋਭ ਰਹੇ ਹਨ। ਬਹੁਤ ਬੇਅੰਤ ਹੈ ਉਸਦੀ ਕੁਦਰਤ, ਬਹੁਤ। ਦਾਨੇ ਕੀਮਤ ਨਾ ਪਵੇ, ਦਾਤੇ ਕੌਣ ਸੁਮਾਰ ਵਖਾਣੇ। ਪਰ ਦਾਨੇ ਉਹ ਦਿੱਤੇ ਦਾਨ ਦੀ ਸੁਮਾਰ ਅੰਦਾਜ਼ਾ ਵਖਾਣੇ ਦੱਸ ਸਕਦਾ ਹੈ। ਵਾਹਿਗੁਰੂ ਦੇ ਦਿੱਤੇ ਦਾਨ ਦੀ ਕੀਮਤ ਨਹੀਂ ਪੈ ਸਕਦੀ। ਕੌਣ ਹੈ ਜੋ ਵਾਹਿਗੁਰੂ ਦਾਤੇ ਦਾ ਅੰਦਾਜ਼ਾ ਵੀ ਲਾ ਸਕੇ, ਉਸ ਦਾ ਅੰਤ ਜਾਣ ਸਕਦਾ ਹੋਵੇ? ਕੌਣ ਕੀ ਆਖ ਸਕਦਾ ਹੈ? ਮਤਲਬ ਹੈ ਦੇਖੋ ਨਾ, ਇੰਨੇ ਤੀਰਥ, ਇੰਨੇ ਦੇਵਤੇ, ਇੰਨੇ ਪਾਰਸ, ਇੰਨੇ ਸੋਨਾ ਬਣਾਉਣ ਵਾਲੇ, ਕਿੰਨੀਆਂ ਚਿੰਤਾਮਣੀਆਂ, ਪਾਰਜਾਤ, ਕਾਮ ਧੇਨ, ਕਿੰਨੇ ਰਤਨ ਸਮੁੰਦਰ ਵਿੱਚ, ਕਿੰਨੀਆਂ ਰਿੰਦੀਆਂ ਸਿੱਧੀਆਂ, ਕਿੰਨੇ ਪਦਾਰਥ, ਲੱਖਾਂ ਪਦਾਰਥ, ਲੱਖਾਂ ਖਜ਼ਾਨੇ, ਲੱਖਾਂ ਸ਼ਾਹ ਪਾਤਸ਼ਾਹ, ਲੱਖ ਨਾਥ ਤੁਰੇ ਫਿਰਦੇ ਆ। ਕਦੀ ਦੇਣ ਵਾਲਾ ਤਾਂ ਇੱਕ ਰੱਬ ਹੀ ਆ, ਉਹਦੀ ਵੀ ਕੀਮਤ ਕੋਈ ਜਾਣਦਾ ਕਿ ਉਹ ਕਿੰਨਾ ਕੁਛ ਕਿਵੇਂ ਸਭ ਨੂੰ ਦੇ ਰਿਹਾ? ਦੇਣ ਵਾਲਾ ਦਾਨੇ ਕੀਮਤ ਨਾ ਪਵੇ, ਦਾਤੇ ਸੁਮਾਰ ਵਖਾਣੇ। ਕੌਣ ਉਹਦੀ ਵਿਆਖਿਆ ਕਰ ਸਕਦਾ ਹੈ? ਕੌਣ ਕੀ ਆਖ ਸਕਦਾ ਹੈ? ਭਾਈ ਕੁਦਰਤ ਕਾਦਰ ਨੂੰ ਕੁਰਬਾਨੇ। ਉਹ ਭਾਈ ਬਸ ਇਹੀ ਗੱਲ ਸੋਭਦੀ ਹੈ। ਇਹ ਬੇਅੰਤ ਕੁਦਰਤ ਦੇ ਮਾਲਕ ਵਾਹਿਗੁਰੂ ਬਾਬੇ ਨਾਨਕ ਤੋਂ ਕੁਰਬਾਨ ਜਾਈਏ। ਬੇਅੰਤ ਕੁਦਰਤ ਦੇ ਮਾਲਕ ਬਾਬੇ ਨਾਨਕ ਵਾਹਿਗੁਰੂ ਤੋਂ ਕੁਰਬਾਨ ਜਾਈਏ, ਕੁਰਬਾਨ ਜਾਈਏ। 16ਵੀਂ ਪੌੜੀ। ਵਾਹਿਗੁਰੂ ਸਿਮਰਨ ਸੁਰਤ ਜੋੜਨ ਦੀ ਖੇਡ ਹੈ। ਵਾਹਿਗੁਰੂ ਸਿਮਰਨ ਵਿੱਚ ਸੁਰਤ ਜੋੜਨ ਦੀ ਖੇਡ ਹੈ। ਹਾਂਜੀ, ਕਹਿੰਦਾ ਰਤਨਾ ਦੇਖੇ ਸਭ ਕੋ, ਰਤਨ ਪਾਰਖੂ ਵਿਰਲਾ ਕੋਈ। ਰਤਨਾ ਦੇਖੇ, ਰਤਨਾ ਨੂੰ ਸਾਰੇ ਹੀ ਦੇਖਦੇ ਹਨ। ਰਤਨ ਨਕਲੀ ਵੀ ਹੈ, ਅਸਲੀ ਵੀ ਹੈ, ਪਰ ਰਤਨਾਂ ਦਾ ਪਾਰਖੂ ਕੋਈ ਵਿਰਲਾ ਹੀ ਹੈ।
ਪੱਥਰ ਦੇ ਹੀਰੇ ਤਾਂ ਅੱਗੇ ਕੰਮ ਨਹੀਂ ਆਉਣੇ, ਅੱਗੇ ਤਾਂ ਸ਼ਬਦ ਸੁਰਤੀ ਕੰਮ ਆਉਣੀ ਹੈ ਭਾਈ। ਕੋਈ ਵਿਰਲਾ ਹੀ ਸ਼ਬਦ ਹੀਰੇ ਨੂੰ ਪਛਾਣਦਾ ਹੈ, ਕੋਈ ਵਿਰਲਾ ਹੀ ਪਾਰਖੂ ਹੈ ਕਿ ਅਸਲ ਖੇਡ ਕੀ ਹੈ। ਅਸਲ ਖੇਡ ਕੀ ਹੈ? ਰਾਗ ਨਾਦ ਸਭ ਕੋ ਸੁਣੇ, ਸ਼ਬਦ ਸੁਰਤ ਸਮਝੇ ਵਿਰਲੋਈ। ਰਾਗ ਨਾਦ, ਰਾਗਾਂ ਵਿੱਚ ਸ਼ਬਦ ਗਾਇਨ ਸਾਰੇ ਗਾਣਿਆਂ ਦੀ ਤਰ੍ਹਾਂ ਹੀ ਸੁਣ ਰਹੇ ਹਨ, ਸਾਰੇ ਗਾਣਿਆਂ ਦੀ ਤਰ੍ਹਾਂ ਕੀਰਤਨ ਸੁਣ ਰਹੇ ਹਨ, ਪਰ ਵਾਹਿਗੁਰੂ ਸਿਮਰਨ ਵਿੱਚ ਸੁਰਤ ਜੋੜਨੀ ਕੋਈ ਵਿਰਲਾ ਅੰਮ੍ਰਿਤ ਧਾਰੀ ਗੁਰਸਿੱਖ ਹੀ ਸਮਝਦਾ ਹੈ। ਰਤਨਾਂ ਦਾ ਪਾਰਖੂ ਕੋਈ ਵਿਰਲਾ ਹੀ ਹੈ ਕਿ ਸੁਰਤ ਲਾਉਣੀ ਹੈ ਵਾਹਿਗੁਰੂ ਸਿਮਰਨ ਵਿੱਚ, ਕੋਈ ਵਿਰਲਾ ਹੀ ਹੈ। ਗੁਰਸਿੱਖ ਰਤਨ ਪਦਾਰਥਾਂ ਸਾਧ ਸੰਗਤ ਮਿਲ ਮਾਲ ਪਰੋਈ। ਰਤਨ ਪਦਾਰਥ ਵਾਹਿਗੁਰੂ ਸ਼ਬਦ, ਵਾਹਿਗੁਰੂ ਸਿਮਰਨ ਮਾਲ ਮੈਨੇ ਮਾਲਾ। ਅੰਮ੍ਰਿਤ ਧਾਰੀ ਗੁਰਸਿੱਖ ਸਾਧ ਸੰਗਤ ਵਿੱਚ ਮਿਲ ਕੇ ਬੈਠ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਗੋਦ ਵਿੱਚ ਬੈਠ ਕੇ ਵਾਹਿਗੁਰੂ 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 ਸ਼ਬਦ ਰਤਨਾਂ ਦੀ, ਰਤਨਾ ਪਦਾਰਥਾਂ ਦੀ ਮਾਲਾ ਪਰੋਂਦੇ ਹਨ। ਇਹ ਮਾਲਾ ਪਰਾਉਣੀ ਵਾਹਿਗੁਰੂ ਦੀ, ਵਾਹਿਗੁਰੂ ਵਜੋਂ ਸੱਚਖੰਡ ਕੰਮ ਆਉਂਦੀ ਹੈ। ਰਤਨ ਕੀ ਹੈ? ਸ਼ਬਦ। ਸ਼ਬਦ ਕੀ ਹੈ? ਸਿਮਰਨ। ਸਿਮਰਨ ਕੀ ਹੈ? ਵਾਹਿਗੁਰੂ ਵਾਹਿਗੁਰੂ। ਤੋ ਅਸਲ ਮਾਲਾ ਪੱਥਰਾਂ ਦੇ ਹੀਰਿਆਂ ਦੀ ਨਹੀਂ, ਉਹ ਅੱਗੇ ਕੰਮ ਨਹੀਂ ਆਉਂਦੀ। ਸ਼ਬਦ ਦੇ ਰਤਨ ਇਹਨੂੰ ਪ੍ਰਭੂ ਵਾਹਿਗੁਰੂ ਸਿਮਰਨ ਨੂੰ, ਇਹ ਸੱਚਖੰਡ ਕੰਮ ਆਊਗੀ। ਹੀਰੇ ਹੀਰੇ ਹੀਰਾ ਬੇਦਿਆ, ਸ਼ਬਦ ਸੁਰਤ ਮਿਲ ਪਰਚਾ ਹੋਈ। ਹੀਰੇ ਹੀਰਾ ਵਾਹਿਗੁਰੂ, ਹੀਰੇ ਵਿੱਚ ਹੀਰਾ ਗੁਰਸਿੱਖ, ਬੇਦਿਆ ਵਿੰਨਿਆ ਗਿਆ। ਸ਼ਬਦ ਸੁਰਤ ਵਾਹਿਗੁਰੂ ਸਿਮਰਨ ਵਿੱਚ ਧਿਆਨ ਜੁੜ ਗਿਆ, ਪਰਚਾ ਪਤੀਜ ਗਿਆ, ਤਸੱਲੀ ਹੋ ਗਈ ਭਾਈ। ਤੋ ਵਾਹਿਗੁਰੂ 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 ਸਿਮਰਨ ਵਿੱਚ ਸੁਰਤ ਜੋੜ ਕੇ ਹੀਰੇ ਵਾਹਿਗੁਰੂ ਵਿੱਚ ਹੀਰਾ ਗੁਰਸਿੱਖ ਵਿੰਨਿਆ ਗਿਆ। ਅਭੇਦ ਹੋ ਗਿਆ, ਇੱਕ ਹੋ ਗਏ, ਹੁਣ ਮਨ ਪਤੀਜ ਗਿਆ। ਤੋ ਗੁਰਸਿੱਖ ਦੀ ਤਸੱਲੀ ਹੋ ਗਈ, ਇਹ ਕੰਮ ਸੱਚਖੰਡ ਹੁੰਦਾ, ਇੱਥੇ ਨਹੀਂ, ਇੱਥੇ ਨਹੀਂ। ਪਾਰ ਬ੍ਰਹਮ ਪੂਰਨ ਬ੍ਰਹਮ ਗੁਰੂ ਗੋਬਿੰਦ ਸਿਆਣੇ ਸੋਈ। ਸਿਆਣੇ ਪਛਾਣਦਾ ਸੋਈ ਮੈਨੇ ਉਹੀ। ਹੁਣ ਉਹੀ ਗੁਰਸਿੱਖ ਪਛਾਣਦਾ ਹੈ ਜਿਸ ਦਾ ਸੱਚਖੰਡ ਮਿਲਾਪ ਹੋਇਆ ਕਿ ਪਾਰ ਬ੍ਰਹਮ ਵਾਹਿਗੁਰੂ ਗੁਰੂ ਗੋਬਿੰਦ ਬਾਬਾ ਨਾਨਕ ਹੀ ਪੂਰਨ ਬ੍ਰਹਮ ਹੈ। ਪਾਰ ਬ੍ਰਹਮ ਪੂਰਨ ਬ੍ਰਹਮ ਗੁਰ ਗੋਬਿੰਦ, ਪਾਰ ਬ੍ਰਹਮ ਪੂਰਨ ਬ੍ਰਹਮ ਗੁਰੂ ਗੋਬਿੰਦ ਸਿਆਣੇ ਸੋਈ। ਇਹ ਗੱਲ ਬਿਲਕੁਲ ਸਾਨੂੰ ਵੀ ਇਹ ਗੱਲ ਬਿਲਕੁਲ ਠੀਕ ਲਿਖੀ ਆ। ਕਿਵੇਂ? ਸਾਨੂੰ ਵਾਹਿਗੁਰੂ ਜਾਣਦਾ, ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ 'ਚ ਬੈਠੇ ਆ, ਨਹੀਂ ਸੀ ਪਤਾ ਕਿ ਬਾਬਾ ਨਾਨਕ ਕਰਤਾ ਹੈ ਜਾਂ ਬਾਬਾ ਨਾਨਕ ਸਦੀਵੀ ਹੈ ਜਾਂ ਬਾਬਾ ਨਾਨਕ ਅੱਜ ਵੀ ਰਾਜ ਕਰ ਰਿਹਾ ਜਾਂ ਬਾਬਾ ਨਾਨਕ ਦੋਵਾਂ ਲੋਕਾਂ ਦਾ ਮਾਲਕ ਹੈ, ਕਿ ਬਾਬਾ ਨਾਨਕ ਕਿਵੇਂ ਸ੍ਰਿਸ਼ਟੀ ਨੂੰ ਸੰਭਾਲ ਰਿਹਾ ਹੈ, ਨਹੀਂ ਸੀ ਪਤਾ। ਨਾ, ਜਦੋਂ ਸੱਚਖੰਡ ਦੀ ਸੋਝੀ ਹੋਈ ਆ ਉਦੋਂ ਪਤਾ ਲੱਗਾ ਕਿ ਬਾਬਾ ਤਾਂ ਚੌਰ ਕਰ ਰਿਹਾ ਗੁਰੂ ਗ੍ਰੰਥ ਸਾਹਿਬ ਜੀ ਨੂੰ। ਗੁਰੂ ਗ੍ਰੰਥ ਸਾਹਿਬ ਜੀ ਉੱਥੇ ਪ੍ਰਕਾਸ਼ਮਾਨ ਹਨ। ਇੱਕ ਗੱਲ ਹੋਰ ਕੋਈ ਧਾਰਮਿਕ ਕਿਤਾਬ ਉੱਥੇ ਹੈ ਨਹੀਂ, ਨਾ ਹਿੰਦੂਆਂ ਦੀ, ਨਾ ਵੇਦ, ਨਾ ਸ਼ਾਸਤਰ, ਨਾ ਸਿਮਰਤੀਆਂ, ਨਾ ਪੁਰਾਣ, ਨਾ ਕੁਰਾਨ, ਨਾ ਮੁਸਲਮਾਨਾਂ ਦੀ, ਨਾ ਈਸਾਈਆਂ ਦੀ, ਨਾ ਕਿਸੇ ਇੱਕ 18 ਧਰਮ ਹੈ, ਉੱਥੇ ਕੋਈ ਧਰਮ ਦਾ ਨਾਂ ਨਿਸ਼ਾਨ ਨਹੀਂ। ਇੱਕ ਇਹ ਗੱਲ ਉੱਥੋਂ ਸਮਝ ਆਈ। ਦੂਸਰੀ ਗੱਲ ਇਹ ਸਮਝ ਆਈ ਕਿ ਗੁਰੂ ਨਾਨਕ ਵਾਹਿਗੁਰੂ ਹੈ। ਇਹ ਗੱਲ ਸੱਚਖੰਡ ਤੋਂ ਹੀ ਸਮਝ ਆਈ। ਇਹ ਗੱਲ ਬਿਲਕੁਲ ਹੁਣ ਠੀਕ ਲਿਖੀ ਹੈ। ਮੈਂ ਤਾਂ ਤੁਹਾਨੂੰ ਕਿਹਾ ਆਪਾਂ ਨੂੰ ਤਾਂ ਭਾਈ 40 ਸਾਲ ਬਾਅਦ ਗੱਲ ਸਮਝ ਆਉਣ ਲੱਗੀ ਆ। ਉਹ ਵਾਹਿਗੁਰੂ ਜੀ 40 ਸਾਲ ਬਾਅਦ ਗੱਲ ਸਮਝ ਆਉਣ ਲੱਗੀ ਆ। ਹੁਣ ਭਾਈ ਗੁਰਦਾਸ ਜੀ ਨੇ ਲਿਖੀ ਇਹ ਗੱਲ, ਉਦੋਂ ਨਹੀਂ ਸਮਝ ਆਈ, ਅੱਜ ਵੀ ਦੁਨੀਆ ਨਹੀਂ ਸਮਝ ਰਹੀ। ਮੈਂ ਵੱਡੇ ਵੱਡੇ ਵਿਦਵਾਨਾਂ ਨਾਲ ਵੀ ਗੱਲਾਂ ਕੀਤੀਆਂ, ਅੰਦਰੂਨੀ ਪੱਖ ਤੇ ਸੱਚਖੰਡ ਦਾ ਪੱਖ ਸਭ ਜ਼ੀਰੋ, -0, nobody knows anything। ਕਿਸੇ ਨੂੰ ਕੱਖ ਪਤਾ ਨਹੀਂ। ਕਹਿੰਦਾ ਜੀ ਇੱਥੇ ਫਿਰ ਐਡੀ ਦੂਰ ਇੱਟਾਂ ਕਿਵੇਂ ਲਗਾਏ? ਮਿਸ਼ਨਰੀ ਮੈਨੂੰ ਕਹਿੰਦਾ ਤੁਸੀਂ ਕਹਿੰਦੇ ਉੱਤੇ ਸੱਚਖੰਡ ਹੈ। ਮੈਂ ਕਿਹਾ ਹਾਂਜੀ।
ਕਹਿੰਦੇ ਨਹੀਂ, ਬਾਣੀ ਕਹਿੰਦੀ ਨਹੀਂ। ਫਿਰ ਇੱਟਾਂ ਉੱਥੇ ਕਿਵੇਂ ਲੈ ਕੇ ਗਏ, ਗਾਰਾ ਕਿਵੇਂ ਲੈ ਕੇ ਗਏ, ਸੀਮਟ ਕਿਵੇਂ ਲੈ ਕੇ ਗਏ, ਐਡੀ ਉੱਚੀ ਕੌਣ ਲੈ ਕੇ ਗਿਆ? ਉਹਨੂੰ ਇਹ ਪਤਾ ਹੀ ਨਹੀਂ ਕਿ ਖੇਡ ਸੂਖਸ਼ਮ ਹੈ, ਰੂਹ ਜਾਂਦੀ ਸਰੀਰ ਜਾਂਦਾ ਹੀ ਨਹੀਂ। ਇੱਟਾਂ ਦਾ ਮਕਾਨ ਨਹੀਂ ਹੈ, ਸੀਮਟ ਨਹੀਂ ਹੈ, ਉੱਥੇ ਕਾਰੀਗਰ ਨਹੀਂ ਗਏ। ਨਹੀਂ, ਸੂਰਜ ਕਿਵੇਂ ਬਣ ਗਿਆ, ਤਾਰੇ ਕਿਵੇਂ ਬਣ ਗਏ, ਧਰਤੀ ਕਿਵੇਂ ਬਣ ਗਈ, ਕਿਹੜਾ ਗਾਰੇ ਨਾਲ ਬਣੀ? ਪਲੈਨਟ ਕਿਵੇਂ ਬਣ ਗਏ, ਉਹ ਕਿਹੜੇ ਗਾਰੇ ਨਾਲ ਬਣੇ ਆ, ਤੇ ਕਿਹੜੇ ਸੀਮਟ ਤੇ ਬਜਰੀ ਤੇ ਕੰਕਰੀਟ ਨਾਲ ਬਣੇ, ਤੇ ਕਿਹੜਾ ਕਾਰੀਗਰ ਬਣਾਉਣ ਗਿਆ ਸੀ? ਡਿੱਠੇ ਸਭੇ ਥਾਂ ਨਹੀਂ ਤੁਧ ਜਿਹਾ, ਬੱਧੋ ਬਣਾਇਆ ਬੱਧੋ ਪੁਰਖ ਵਿਧਾਤੇ। ਤਾਂ ਤੂੰ ਸੋਹਣਾ ਬਹੁਤ ਹੈ, ਪਰ ਤੈਨੂੰ ਅਕਾਲ ਪੁਰਖ ਨੇ ਬਣਾਇਆ। ਉਹ ਪਲੈਨਟ ਤਾਰੇ ਸਾਰੇ ਕਿਵੇਂ ਬਣ ਗਏ ਤੇ ਇੱਕ ਘਰ ਨਹੀਂ ਬਣ ਸਕਦਾ? ਪੁਰੀਆਂ ਕਿਵੇਂ ਬਣ ਗਈਆਂ? ਇਹ ਸੂਖਸ਼ਮ ਗੱਲਾਂ ਜੋ ਅਸੀਂ ਅੱਜ ਕੌਮ ਭੁੱਲ ਗਈ, ਸੂਖਸ਼ਮ ਗੱਲਾਂ ਭੁੱਲ ਗਈ। ਸੋ ਭਾਈ ਉੱਥੋਂ ਪਤਾ ਲੱਗਾ ਕਿ ਬਾਬਾ ਨਾਨਕ ਵਾਹਿਗੁਰੂ ਆ। ਉੱਥੋਂ ਪਤਾ ਲੱਗਾ ਗੱਲ ਕਰਨ ਨਾਲ ਕਿ ਬਾਬਾ ਨਾਨਕ ਸਾਰੀ ਸ੍ਰਿਸ਼ਟੀ ਨੂੰ ਸੰਭਾਲ ਰਿਹਾ ਹੈ। ਬਾਬੇ ਨਾਨਕ ਦੀ ਜੋਤ ਹੀ 10 ਗੁਰੂਆਂ ਵਿੱਚ ਗਈ ਹੈ। ਉਹ ਜੋਤ ਵਾਹਿਗੁਰੂ ਦੀ ਜੋਤ ਸੀ। ਜੇ ਉਹ ਵਾਹਿਗੁਰੂ ਦੀ ਜੋਤ ਨਾ ਹੁੰਦੀ, ਤੁਸੀਂ ਵਾਹਿਗੁਰੂ ਬਾਰੇ ਕੀ ਜਾਣਦੇ? ਇਸੇ ਕਰਕੇ 1018 ਧਰਮ ਵਾਹਿਗੁਰੂ ਬਾਰੇ ਨਹੀਂ ਜਾਣਦੇ ਕਿ ਉਹ ਜੋਤ ਵਾਹਿਗੁਰੂ ਦੀ ਨਹੀਂ ਸੀ। ਸੁਰਤੀ ਲਾਉਣ ਦੀ ਕੋਸ਼ਿਸ਼ ਕੀਤੀ, ਥੋੜਾ ਬਹੁਤ ਜਿੰਨਾ ਗਿਆਨ ਹੋ ਗਿਆ ਉਹਨਾਂ ਲਿਖ ਦਿੱਤਾ ਤੇ ਧਰਮ ਬਣ ਗਿਆ। ਅਸਲੀ ਠੀਕ ਹੈ, ਸਾਡੀ ਇਹ ਅਣਗਹਿਲੀ ਹੈ ਜਾਂ ਸਾਡੀ ਬੇਵਕੂਫੀ ਹੈ ਜਾਂ ਸਾਡੀ ਲਾਪਰਵਾਹੀ ਕਿ ਅਸੀਂ ਬਾਬੇ ਨਾਨਕ ਨੂੰ ਡੱਬੀ 'ਚ ਬੰਦ ਕਰਕੇ ਸਿੱਖਾਂ ਦਾ ਕਹਿਤਾ। ਦੁਨੀਆ 'ਚ ਕੋਈ ਬੰਦਾ ਸ੍ਰਿਸ਼ਟੀ ਵਿੱਚ ਗੁਰੂ ਸਾਹਿਬ ਦੀ ਚਰਨੀ ਲੱਗ ਕੇ ਰੱਬ ਨੂੰ ਪਾ ਸਕਦਾ ਹੈ। ਬਾਬਾ ਨਾਨਕ ਵਾਹਿਗੁਰੂ, ਸੱਚਖੰਡ ਦਾ ਵਾਹਿਗੁਰੂ, ਦਰਗੇ ਦਾ ਬਸੀਠ ਹੈ ਭਾਈ, ਦਰਗੇ ਦਾ ਬਸੀਠ ਹੈ। ਸਾਨੂੰ ਇਹ ਗੱਲਾਂ ਸਮਝ ਨਹੀਂ ਆਈਆਂ। ਜਨਮ ਮਰਨ ਦੋਹੂੰ ਮੈਂ ਨਹੀਂ, ਜਨ ਪਰ ਪੁਕਾਰੀ ਆਏ, ਜਨਮ ਮਰਨ 'ਚ ਨਹੀਂ ਹੈ ਬਾਬਾ। ਤਦੇ ਤਾਂ ਸਾਰੇ ਮੈਨੂੰ ਪੁੱਛਦੇ, ਕਈ ਵਾਰੀ ਕਹਿਣਗੇ ਸੋ ਮੁਖ ਜਲੋ ਕਹੇ ਠਾਕਰ ਜੋਨੀ, ਤੁਸੀਂ ਕਹਿੰਦੇ ਬਾਬਾ ਵਾਹਿਗੁਰੂ। ਹਾਂ ਬਾਬਾ ਵਾਹਿਗੁਰੂ, ਤੇ ਫਿਰ ਉਹ ਜੂਨ ਵਿੱਚ ਕਿਵੇਂ ਆਇਆ? ਜੂਨ ਵਿੱਚ ਨਹੀਂ ਆਇਆ, ਸਮਝਾਉਣ ਆਇਆ ਸੀ ਵਾਹਿਗੁਰੂ। ਜੇ ਬਾਬਾ ਨਾ ਆਉਂਦਾ ਤੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨਾ ਹੁੰਦੇ ਤੇ ਤੁਸੀਂ ਰੱਬ ਬਾਰੇ, ਆਪਾਂ ਰੱਬ ਬਾਰੇ ਕੀ ਜਾਣਦੇ ਸੀ? ਆਪਾਂ ਵੀ ਉਹ ਮੂਰਤੀ ਲਿਪਸਟਿਕ ਵਾਲੀ ਮੂਰਤੀ ਬੀਬੀ POP ਦੀ ਬਣੀ ਬੀਬੀ ਪੂਜਣੀ ਸੀ। ਹਾਂਜੀ, ਆਪਾਂ ਵੀ ਨਰਕਾਂ ਦੇ ਭਾਗੀ ਹੋਣਾ ਸੀ। ਠੀਕ ਹੈ, ਖੇਡ ਔਖੀ ਹੈ, ਵਿਰਲਾ ਹੀ ਕੋਈ ਜਾਣਦਾ। ਸਮਾਂ ਆ ਰਿਹਾ ਕਿ ਦੁਨੀਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕੇਗੀ। ਘੱਟੋ ਘੱਟ ਤੁਸੀਂ ਦੇਖੋਗੇ 700 ਕਰੋੜ ਵਿੱਚੋਂ 300-400 ਕਰੋੜ ਅੰਮ੍ਰਿਤਧਾਰੀ ਹੋਏਗਾ। ਟਾਈਮ ਇਜ਼ ਵੈਰੀ ਨੀਅਰ, ਆਈ ਐਮ ਟੈਲਿੰਗ ਯੂ। ਬਸ ਸੋ ਇੱਥੋਂ ਦੇਖੋ, ਪਾਰ ਬ੍ਰਹਮ ਪੂਰਨ ਬ੍ਰਹਮ ਗੁਰ, ਪਾਰ ਬ੍ਰਹਮ ਪੂਰਨ ਬ੍ਰਹਮ ਗੁਰ ਗੋਬਿੰਦ ਸਿਆਣੇ ਸੋਈ। ਉੱਥੋਂ ਹੀ ਗੁਰੂ ਸਾਹਿਬ ਜੀ ਤੁਸੀਂ ਸਾਰੀ ਦੁਨੀਆ ਨੂੰ ਕਿਵੇਂ ਸੰਭਾਲ ਰਹੇ ਹੋ? ਮੈਂ ਤੁਹਾਨੂੰ ਗੱਲ ਦੱਸਣ ਲੱਗਾ ਵੀ ਜਦੋਂ ਪਤਾ ਲੱਗਾ ਕਿ ਗੁਰੂ ਵਾਹਿਗੁਰੂ ਹੀ ਆ, ਤਾਂ 10ਵੇਂ ਪਾਤਸ਼ਾਹ ਇੱਦਾਂ ਬੈਠੇ ਆ, ਕੋਲ ਬੈਠ ਗਏ। ਪੁੱਛਣਾ ਸੀ, ਇਹ ਵਾਹਿਗੁਰੂ ਤੁਸੀਂ ਦੁਨੀਆ ਕਿਵੇਂ ਸੰਭਾਲ ਰਹੇ ਹੋ? ਤਾਂ ਇੱਕ ਗੇਂਦ ਦੀ ਤਰ੍ਹਾਂ ਦੁਨੀਆ ਘੁੰਮਦੀ ਨਜ਼ਰ ਆਈ। ਉੱਥੇ ਹੁਣ ਪਤਾ ਲੱਗਾ ਕਿ ਗੁਰੂ ਸਾਹਿਬ ਦਾ ਤਾਂ ਸਿਰਫ ਵਾਹ ਅੰਮ੍ਰਿਤਧਾਰੀ ਗੁਰਸਿੱਖਾਂ ਨਾਲ ਹੈ ਕਿ ਉਹ ਸੁਰਤੀ ਲਾਵੇ ਤੇ ਮੈਂ ਉਹਨੂੰ ਸੱਚਖੰਡ ਲੈ ਆਵਾਂ। ਉੱਥੋਂ ਇਹ ਪਤਾ ਲੱਗਾ। ਬਾਕੀ ਤਾਂ ਸਾਰੀ ਅੱਗ ਨਜ਼ਰ ਆਈ, ਬਾਕੀ ਤਾਂ ਸਾਰੇ ਅੱਗ ਵਿੱਚ, ਮਾਇਆ ਵਿੱਚ ਸੱਪ ਨਜ਼ਰ ਆਏ। ਮਾਇਆ ਧਾਰੀ ਸੱਪ ਆ, ਵਿਕਾਰੀ ਬੰਦਾ ਅੱਗ ਆ, ਅੰਦਰ ਅੱਗ ਆ, ਕਾਮ ਕ੍ਰੋਧ ਅੱਗ ਆ, ਲੋਭ ਮੋਹ ਹੰਕਾਰ ਈਰਖਾ ਅੱਗ ਆ। ਸੋ ਪਾਤਸ਼ਾਹ ਬਾਕੀ ਤਾਂ ਕਹਿੰਦੇ ਧਰਮ ਨਾਲ ਹੀ ਦੇਖਦਾ, ਸਾਡਾ ਬਾਕੀ ਦੁਨੀਆ ਨਾਲ ਵਾਹ ਨਹੀਂ। ਹਾਂ, ਪਾਲੇ ਅਕਿਰਤ ਕਣਾ ਵਾਲੀ ਗੱਲ ਹੈ। ਉਹ ਰੋਜ਼ੀ ਰੋਟੀ ਉਹਦੇ ਜੰਮਣ ਤੋਂ ਪਹਿਲਾਂ ਬਣਾ ਦਿੱਤੀ ਹੈ। ਉਹ ਰੋਜ਼ੀ ਰੋਟੀ ਉਹਦੇ ਕਰਮਾਂ ਕਰਕੇ ਕਈਆਂ ਦੀ, ਮੈਂ ਕਿਹਾ ਕਈ ਵਾਰੀ ਪੁੱਛਿਆ ਵਾਹਿਗੁਰੂ ਉਹ ਕਿੰਨੇ ਅਮੀਰ ਆ ਮਨਮੁੱਖ ਆ? ਉਹਨਾਂ ਦੀ ਭਗਤੀ ਆ ਪਹਿਲੀ, ਉਹਨਾਂ ਪਹਿਲਾਂ ਭਗਤੀ ਕੀਤੀ ਮਾਇਆ ਕਰਕੇ। ਸਾਨੂੰ ਮਾਇਆ ਦੇਤੀ, ਉਹਨੂੰ ਕਰੋੜਾਪਤੀ ਬਣਾਤਾ, ਰਿਚੈਸਟ ਮੈਨ ਬਣਾਤਾ ਉਹਨੂੰ। ਉਹਦੀ ਭਗਤੀ ਉਹਨੇ ਮਾਇਆ ਮੰਗੀ ਦੇਤੀ ਉਹਨੂੰ। ਮਤਲਬ ਇਹ ਗੱਲਾਂ ਅੱਜ ਜਿਵੇਂ ਸਾਨੂੰ ਕਿਹਾ ਇੰਦਰਪੁਰੀ ਦਾ ਤੈਨੂੰ ਰਾਜ ਮਿਲ ਜਾਊਗਾ, ਅਸੀਂ ਤਾਂ ਗਰੀਬ ਰੋਟੀ ਖਾਣ ਜੋਗੇ ਨਹੀਂ। ਤੂੰ ਪਿਛਲੇ ਕਰਮ ਭੋਗ ਰਿਹਾ, ਅਗਲੇ ਜਨਮ ਵਿੱਚ ਤੂੰ ਇੰਦਰਪੁਰੀ ਦਾ ਰਾਜ ਲੈਣਾ ਜੇ ਤੂੰ ਗੁਰੂ ਸਾਹਿਬ ਦੀ ਸੇਵਾ ਕਰ ਰਿਹਾ, ਲੰਗਰ ਦੀ ਕੋਈ ਸੇਵਾ ਕਰ ਰਿਹਾ। ਇਹ ਪੱਖ ਉੱਥੋਂ ਕਰਮਾਂ ਦੀ ਫਿਲਾਸਫੀ ਮੈਨੂੰ ਸਮਝ ਆਈ। ਮੈਨੂੰ ਵੀ ਕਈ ਵਾਰੀ ਡਾਕਟਰ ਸਾਹਿਬ ਮਿਲੇ, ਮੈਨੂੰ ਪਹਿਲਾਂ ਸੰਗਤ ਮਿਲੀ, ਕਰਮਾਂ ਦੀ ਗੱਲ ਕਰਦੇ ਸਨ। ਮੈਂ 20 ਸਾਲ ਕਰਮਾਂ ਬਾਰੇ ਕੁਛ ਨਹੀਂ ਲਿਖਿਆ। ਕਿਉਂ? ਮੈਨੂੰ ਆਪ ਨੂੰ ਸਮਝ ਨਹੀਂ ਸੀ ਆਇਆ। ਜਦੋਂ ਇਹ ਕਰਮਾਂ ਦੀ ਗੱਲ ਸਮਝ ਆਈ, ਫਿਰ ਮੈਨੂੰ ਇੰਨੀ ਗੱਲ ਸਮਝ ਆਈ ਕਿ ਹੁਣ ਗੱਲ ਹੀ ਸਾਰੀ ਕਰਮਾਂ ਦੀ ਮੈਨੂੰ ਸਮਝ ਆ ਗਈ। ਫਿਰ ਮੈਂ ਕਰਮਾਂ ਦੀ ਫਿਲਾਸਫੀ ਲਿਖੀ। ਉਹ ਭਾਈ ਇਹ ਤਾਂ ਕਰਮ ਆਪਣੇ,
ਸੋ ਕਰਮ ਇੱਥੇ ਸੁਧਾਰ ਲਈਏ, ਅਗਲੇ ਜਨਮ ਵਿੱਚ ਤੁਹਾਨੂੰ ਕੋਈ ਤਕਲੀਫ ਕੰਡਾ ਵੀ ਨਹੀਂ ਚੁੱਭੇਗਾ। ਨਹੀਂ ਨਹੀਂ, ਕਿਉਂ ਕਿ ਤੁਹਾਡੇ ਕਰਮ ਬਦਲ ਚੁੱਕੇ, ਤੁਸੀਂ ਭਗਤੀ ਕਰਦੇ ਹੋ। ਤੋ ਇੱਥੋਂ ਪਾਰ ਬ੍ਰਹਮ ਪੂਰਨ ਬ੍ਰਹਮ ਗੁਰੂ ਗੋਬਿੰਦ ਸਿਆਣੇ ਸੋਈ। ਵਾਹਿਗੁਰੂ ਦਾ ਬੜਾ ਰੋਲ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ, ਦਸੇ ਪਾਤਸ਼ਾਹੀਆਂ ਦਾ ਤੇ ਵਾਹਿਗੁਰੂ ਇੱਕ ਗੱਲ, ਤਿੰਨੇ ਇੱਕ ਗੱਲ, ਤਿੰਨੇ ਪ੍ਰਕਾਸ਼, ਤਿੰਨੇ ਪ੍ਰਕਾਸ਼। ਤੋ ਪ੍ਰਕਾਸ਼ ਤਿੰਨਾਂ ਦਾ ਡਾਢਾ ਰੋਲ। ਕਿਉਂ? ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜਾਂਗੇ, ਵਾਹਿਗੁਰੂ ਦੀ ਵਾਕਫੀਤ ਆਏਗੀ, ਗੁਰੂਆਂ ਦੀ ਵਾਕਫੀਤ ਆਏਗੀ, ਸਮਝ ਆਏਗੀ। ਚਾਬੀ ਲੈ ਲਾਂਗੇ ਭਾਈ ਗੁਰਦਾਸ ਜੀ ਕੋਲੋਂ, ਤਾਂ ਜਿੰਦਾ ਖੋਲਾਂਗੇ ਤੇ ਉਹ ਦਸਮ ਦੁਆਰ ਖੁੱਲ ਜਾਏਗਾ। ਦਸਮ ਦੁਆਰ ਸਤਿਗੁਰੂ ਹੱਥ ਕੁੰਜੀ, ਹੋਰ ਅੰਦਰ ਖੁੱਲੇ ਨਹੀਂ। ਗੁਰਪੂਰੇ ਭਾਗ ਮਿਲਾਵਲਿਆ, ਜਿਸ ਕਾ ਗ੍ਰਹਿ ਤਿਨ ਦੀਆ ਤਾਲਾ, ਕੁੰਜੀ ਗੁਰ ਸੋ ਪਾਈ, ਕੁੰਜੀ ਗੁਰ ਸੋ ਪਾਈ। ਸਤਿਗੁਰੂ ਹੱਥ ਕੁੰਜੀ, ਹੋਰ ਅੰਦਰ ਖੁੱਲੇ। ਕਿਹੜਾ ਦਰ? ਜਿਸ ਕਾ ਗ੍ਰਹਿ ਤਿਨ ਦੀਆ ਤਾਲਾ। ਘਰ ਕਿੱਦਾਂ ਸੀ? ਵਾਹਿਗੁਰੂ ਦਾ ਉਹਨੇ ਦਾ ਤਾਲਾ ਮਾਰਿਆ। ਤਾਂ ਸਤਿਗੁਰੂ ਹੱਥ ਕੁੰਜੀ, ਹੋਰ ਅੰਦਰ ਖੁੱਲੇ ਨਹੀਂ। ਸੋ ਇੱਥੇ ਇਹੋ ਹੀ ਹੈ ਗੱਲ। ਤੋ ਪਾਰ ਬ੍ਰਹਮ ਪੂਰਨ ਬ੍ਰਹਮ ਗੁਰ ਗੋਬਿੰਦ ਸਿਆਣੇ ਸੋਈ। ਹੁਣ ਉੱਥੇ ਹੁਣ ਉਹੀ ਗੁਰਸਿੱਖ ਪਛਾਣਦਾ ਜਿਸ ਦਾ ਸੱਚਖੰਡ ਮਿਲਾਪ ਹੋਇਆ ਕਿ ਪਾਰ ਬ੍ਰਹਮ ਵਾਹਿਗੁਰੂ ਗੁਰੂ ਗੋਬਿੰਦ ਬਾਬਾ ਨਾਨਕ ਹੀ ਪੂਰਨ ਬ੍ਰਹਮ ਹੈ। ਪੂਰਨ ਬ੍ਰਹਮ, ਪੂਰਨ ਵਾਹਿਗੁਰੂ ਹੈ। ਤੂੰ ਧਰਤੀ ਨੂੰ ਸੰਭਾਲਣਾ ਉੱਥੇ ਲੱਗਾ ਹੋਇਆ। ਮੈਂ ਹੀ ਸੰਭਾਲ ਸਕਦਾ, ਮੈਨੂੰ ਏਦਾਂ ਲੱਗਾ ਆਪਾਂ ਹੀ ਸੰਭਾਲ ਸਕਦੇ। ਤੇ ਸੌਖੀ ਜਿਹੀ ਖੇਡ ਹੋਇਆ, ਛੋਟੀ ਜਿਹੀ ਆ, ਪਲੈਨਟ ਬਹੁਤ ਛੋਟਾ ਆ। ਕੁਦਰਤ ਵੱਲ ਝਾਤੀ ਮਾਰੋਗੇ ਨਾ, ਜੇ ਆਪਾਂ ਬ੍ਰਹਿਮੰਡ ਦਾ, ਜਿਹਨੂੰ ਆਪਾਂ ਯੂਨੀਵਰਸ ਕਹਿੰਦੇ ਆ, ਅਗਰ ਆਪਾਂ ਉਹ ਨਕਸ਼ਾ ਬਣਾ ਦਈਏ ਤੇ ਧਰਤੀ ਤਾਂ ਇੱਕ ਵਨ ਸੌਟ ਆਫ ਬਿੰਦੂ ਹੈ। ਇੱਕ ਏਦਾਂ ਟੱਚ ਕਰਾਂਗੇ, ਆਹ ਧਰਤੀ ਆ ਜੀ, ਏਦਾਂ ਟੱਚ, ਪੈਨਸਲ ਨਾਲ ਟੱਚ ਕਰਾਂਗੇ, ਆਹ ਧਰਤੀ ਆ। ਤਾਂ ਧਰਤੀ ਕੁਛ ਵੀ ਨਹੀਂ, ਬ੍ਰਹਿਮੰਡ ਤਾਂ ਬਹੁਤ ਵੱਡਾ, ਬਹੁਤ ਵੱਡਾ। ਤਾਰੇ ਹੀ ਗਿਣ ਕੇ ਦਿਖਾ ਦਿਓ। ਸਾਨੂੰ ਟੀਚਰ ਇੱਕ ਪੜ੍ਹਾ ਰਿਹਾ ਸੀ ਕਾਲਜ ਵਿੱਚ, ਕਹਿੰਦਾ ਇੱਕ ਨੂੰ ਨਾ 12 ਜ਼ੀਰੋ ਲਾਓ, ਲਾਤੀ, ਕਹਿੰਦਾ ਇੰਨੇ ਸੂਰਜ ਆਕਾਸ਼ ਵਿੱਚ। ਪਰ ਕੌਣ ਜਾਣੇ, ਅਸੀਂ ਤਾਂ ਧਰਤੀ ਤੇ। ਹੁਣ ਪਲੈਨਟ ਤੇ ਜਾਈਏ, ਉੱਤੇ ਜਾਈਏ ਤਾਂ ਪਤਾ ਲੱਗੂਗਾ। ਉਹਨਾਂ ਕਿਵੇਂ ਖੋਜ ਕੀਤੀ ਪਤਾ ਨਹੀਂ ਭਾਈ। ਆਪਾਂ ਨੂੰ ਥੋੜਾ ਪਤਾ ਨਾਸਾ ਕਿਵੇਂ ਖੋਜ ਕਰ ਰਿਹਾ, ਆਪਾਂ ਨੂੰ ਇਹ ਗੱਲ ਦਾ ਪਤਾ ਨਹੀਂ। ਸੋ ਇਹ ਗੱਲਾਂ ਬੜੀਆਂ ਡੂੰਘੀਆਂ। ਬੇਅੰਤ ਕੁਦਰਤ ਹੈ। ਧਰਤੀ ਕਿੱਡੀ ਕੁ, ਐਡੀ ਕੁ ਧਰਤੀ, ਐਡੀ ਕੁ ਛੋਟੀ ਜਿਹੀ ਉਹ ਗੇਂਦ ਹੁੰਦੀ ਨਾ, ਬੰਟਾ ਜਿਹਾ ਹੁੰਦਾ ਨਾ, ਬਸ ਉਹ ਬੰਟੇ ਵਰਗੀ ਆ। ਬਸ ਇਸ ਤੋਂ ਉੱਤੇ ਵੱਡੀ ਧਰਤੀ ਨਹੀਂ ਹੈਗੀ। ਤੇ ਉਹਦੀ ਸੰਭਾਲ ਕਰਨੀ, ਤਦੇ ਤੇ ਲਿਖਿਆ ਮਾਲੀ ਨੂੰ ਇੱਕ ਛੋਟੀ ਜਿਹੀ ਬਗੀਚੀ ਸਾਂਭਣ ਨੂੰ ਕੋਈ ਔਖ ਨਹੀਂ ਹੈ। ਤੋ ਵਾਹਿਗੁਰੂ ਅੱਗੇ, ਗੁਰੂ ਸਾਹਿਬ ਅੱਗੇ ਧਰਤੀ ਇੱਕ ਬਗੀਚੀ ਹੈ। ਬੂਟਾ ਪੁੱਟਿਆ ਇੱਥੇ ਲਾਤਾ, ਬੂਟਾ ਪੁੱਟਿਆ ਇੱਥੇ ਲਾਤਾ। ਬਹੁਤ ਔਖੀ ਖੇਡ ਨਹੀਂ ਹੈਗੀ। ਨਾਲੇ ਫਿਰ ਗੁਰੂਆਂ ਦਾ ਜਿਹੜਾ ਸੰਬੰਧ ਹੈ ਨਾ, ਉਹ ਮਨਮੁਖਾਂ ਨਾਲ ਨਹੀਂ ਹੈਗਾ, ਸਿਰਫ ਗੁਰਸਿੱਖਾਂ ਨਾਲ ਹੀ ਹੈ। ਮਨਮੁਖ ਨੂੰ ਧਰਮਰਾਜ ਦੇਖਦਾ, ਮਨਮੁਖ ਦਾ ਸੰਬੰਧ ਧਰਮਰਾਜ ਦੇਖਦਾ, ਉਹਨੂੰ ਜਮਦੂਤ ਦਿੱਤੇ ਹੋਇਆ। ਸੋ ਭਾਈ ਪਾਰ ਬ੍ਰਹਮ ਪੂਰਨ ਬ੍ਰਹਮ ਗੁਰ ਗੋਬਿੰਦ ਸਿਆਣੇ ਸੋਈ। ਉਹੀ ਗੱਲ ਬਸ ਹੁਣ ਉਹੀ ਗੁਰਸਿੱਖ ਪਛਾਣਦਾ ਜਿਸ ਦਾ ਸੱਚਖੰਡ ਮਿਲਾਪ ਹੋਇਆ ਕਿ ਪਾਰ ਬ੍ਰਹਮ ਵਾਹਿਗੁਰੂ ਗੁਰੂ ਗੋਬਿੰਦ ਬਾਬਾ ਨਾਨਕ ਪੂਰਨ ਬ੍ਰਹਮ ਹੈ। ਹੁਣ ਉਹ ਜਿਸ ਬੰਦੇ ਦਾ ਹੁਣ ਵਿਦਵਾਨ ਬੰਦੇ ਆ, ਉਹਨਾਂ ਦੀ ਤਾਂ ਸੁਰਤੀ ਦਾ ਪੱਖ ਹੀ ਕੋਈ ਨਹੀਂ, ਉਹ ਕਿਵੇਂ ਫਿਰ ਜਾਣਨ? ਦੇਖੋ ਨਾ, ਬੜੀ ਕਲੀਅਰ ਗੱਲ ਲਿਖੀ ਨਾ, ਉਹੀ ਜਾਣਦਾ। ਉੱਤੇ ਜਾ ਕੇ ਦੇਖਾਂਗੇ ਤੇ ਪ੍ਰਤੱਖ ਆਪਾਂ, ਮੈਂ ਤੁਹਾਨੂੰ ਦੱਸਿਆ ਨਾ, ਮੈਂ ਮਨਮੁਖ ਦੇ ਹੁਣ ਬਰਖਲਾਫ ਨਹੀਂ ਬੋਲਦਾ, ਨਹੀਂ, ਮੈਨੂੰ ਹੁਣ ਸਮਝ ਆਈ ਉਹ ਵਾਹਿਗੁਰੂ ਆ, ਉਹਨੂੰ ਸਮਝਾ ਰਿਹਾ ਭਾਈ ਐਦਾਂ ਨਾ ਕਰ। ਉਹ ਗੱਲ ਵੱਖਰੀ ਹੈ, ਪਰ ਉਹ ਵੀ ਵਾਹਿਗੁਰੂ ਆ, ਉਹ ਵੀ ਗੁਰੂ ਨਾਨਕ। ਅੱਗੇ ਦੇਹਧਾਰੀ ਗੁਰੂਆਂ ਦੇ ਬਰਖਲਾਫ ਉੱਥੋਂ ਹੀ ਤਾਂ ਪਤਾ ਲੱਗਾ ਦੇਹਧਾਰੀ ਤੇ ਸਾਰੇ ਨਰਕਾਂ ਵਿੱਚ ਕਿਉਂ ਆ। ਫਿਰ ਜੇ ਉਹ ਸਹੀ ਨਾਮ ਰੱਬ ਦਾ ਦਿੰਦੇ ਆ, ਉਹ ਤਾਂ ਪਤਾ ਲੱਗਾ ਤਾਂ ਏਜੰਸੀ ਦੇ ਬੰਦੇ ਆ। ਇਹ ਤਾਂ ਸਿੱਖੀ ਨੂੰ ਖਤਮ ਕਰਨੀ, ਉੱਥੋਂ ਹੀ ਤਾਂ ਪਤਾ ਲੱਗਾ। ਅਰੇ ਵਾਹਿਗੁਰੂ, ਉੱਥੋਂ ਹੀ ਪਤਾ ਲੱਗਾ ਕਿ ਕੋਈ ਦੇਹਧਾਰੀ ਗੁਰੂ ਪੂਰਾ ਗੁਰੂ ਨਹੀਂ ਹੈਗਾ। ਇਹ ਤਾਂ 22 ਮੰਜੀਆਂ ਜਿਵੇਂ ਲੱਗੀਆਂ ਸਨ ਨਵੇਂ ਪਾਤਸ਼ਾਹ ਵੇਲੇ, ਗੁਰੂ ਲਾਧੋਰੇ ਕਿਹਾ ਤੇ ਉਹ 22 ਮੰਜੀਆਂ ਨੱਠ ਗਈਆਂ। ਸਿੰਘ ਬੁਕੇ ਮੁਰਗਾਵਲੀ ਭੰਨੀ ਜਾਏ ਨਾ ਧੀਰ ਤਰੋਵਾ, ਨੱਠ ਗਿਆ। ਤੋ ਇਹ ਤਾਂ ਦੇਹਧਾਰੀ ਗੌਰਮੈਂਟ ਦੇ ਏਜੰਸੀ ਦੇ ਪੈਦਾ ਕੀਤੇ ਸਿੱਖੀ ਖਤਮ ਕਰਨ ਲਈ, ਸਿੱਖੀ ਟੋਟਲ ਖਤਮ ਹੋ ਜਾਏ। ਗੁਰੂ ਗ੍ਰੰਥ ਸਾਹਿਬ ਜੀ ਨੂੰ ਚਲੋ 84 ਵਿੱਚ ਬੰਦੇ ਮਾਰੇ, ਚਲੋ ਠੀਕ ਹੈ। ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾੜਨ ਦਾ ਕੀ ਆਈਡੀਆ ਸੀ? ਸਿੱਖੀ ਖਤਮ ਕਰਨੀ ਸੀ। ਗੁਰਦੁਆਰੇ ਅਟੈਕ ਕਰਨ ਦਾ ਕੀ ਆਈਡੀਆ ਸੀ? ਸਿੱਖੀ ਖਤਮ ਕਰਨੀ ਆ। ਝੂਠ ਨੂੰ, ਹਿੰਦੂ ਨੂੰ ਸਿੱਖ ਚੰਗਾ ਨਹੀਂ ਪਾਉਂਦਾ, ਨਹੀਂ, ਉਹਨੂੰ ਚੰਗਾ ਨਹੀਂ ਲੱਗਦਾ। ਮੈਂ ਤੁਹਾਨੂੰ ਤਦੇ ਕਿ ਐਵਰੀ ਹਿੰਦੂ ਐਂਟੀ ਸਿੱਖ ਆ,
ਉਹਨੂੰ ਨਹੀਂ ਚੰਗਾ ਲੱਗਦਾ। ਸਾਡੇ ਗੁਰਦੁਆਰੇ ਹੀ ਸਾੜਤੇ, ਗੁਰੂ ਸਾਹਿਬ ਬੀੜ ਹੀ ਸਾੜਤੀ, ਕਿਉਂ ਭਾਈ? ਉਹਨੂੰ ਚੰਗਾ ਨਹੀਂ ਲੱਗਦਾ। ਉਹ ਕਹਿੰਦਾ ਅੱਤਵਾਦੀ ਦਾ ਘਰ ਹੈ, ਅੱਤਵਾਦੀ ਦਾ ਘਰ ਹੈ। ਸੋ ਇੱਕ ਗੱਲਾਂ ਬਹੁਤ ਸਮਝਣ ਦੀਆਂ, ਜਿਹੜੀ ਸਾਨੂੰ ਗੱਲ ਹੁਣ ਆਪਾਂ ਸੁਰਤੀ ਲਾਈਏ ਤੇ ਦੇਖੀਏ ਤਾਂ ਜਾ ਕੇ ਪਤਾ ਲੱਗੇ। ਸੁਰਤੀ ਆਪਾਂ ਗੁਰਦੁਆਰਿਆਂ 'ਚ ਹਿੰਦੂ ਲਾਉਣ ਨਹੀਂ ਦਿੰਦਾ। ਉਹਨਾਂ ਤੁਹਾਨੂੰ ਪਤਾ ਕਈ ਗ੍ਰੰਥੀ ਤਾਂ ਬਣਾ ਕੇ ਸਾਡੇ ਗੁਰਦੁਆਰਿਆਂ 'ਚ ਭੇਜਤੇ, ਅੱਜ ਵੀ ਸਾਰੇ ਉਹੀ ਹੈ। ਸੋ ਗੁਰਮੁਖ ਸੁਖ ਫਲ ਸਹਿਜ ਘਰ, ਪਿਰਮ ਪਿਆਲਾ ਜਾਨ ਜਨੋਈ। ਤੋ ਫਲ ਹੁੰਦਾ ਮਨੁੱਖਾ ਜਨਮ ਦਾ ਮਨੋਰਥ, ਤਾਂ ਗੁਰਮੁਖ ਸੱਚਖੰਡ ਪਿਰਮ ਪਿਆਲਾ ਅੰਮ੍ਰਿਤ ਰਸ, ਜਾਣ ਜਾਣ ਕੇ ਜਨੋਈ ਹੋਰਨਾਂ ਨੂੰ ਦੱਸਦਾ ਸਹਿਜ ਘਰ ਸੱਚਖੰਡ, ਜੀਵਾਤਮਾ ਦਾ ਆਪਣਾ ਘਰ, ਆਪਣਾ ਘਰ। ਭਾਈ ਉਸ ਅੰਮ੍ਰਿਤ ਧਾਰੀ ਗੁਰਸਿੱਖ ਨੂੰ ਸੱਚਖੰਡ ਆਪਣੇ ਸਹਿਜ ਘਰ ਦੀ ਪ੍ਰਾਪਤੀ ਹੋ ਜਾਂਦੀ ਹੈ। ਆਪਣੇ ਮਨੁੱਖਾ ਜਨਮ ਦਾ ਮਨੋਰਥ ਪੂਰਾ ਹੋ ਜਾਂਦਾ ਹੈ, ਸੁੱਖ ਫਲ ਦੀ ਪ੍ਰਾਪਤੀ ਹੁੰਦੀ ਹੈ। ਸੱਚਖੰਡ ਅੰਮ੍ਰਿਤ ਰਸ ਦਾ ਆਨੰਦ ਮਾਣਦਾ, ਹੁਣ ਸਾਰੀ ਖੇਡ ਨੂੰ ਸਮਝਦਾ, ਆਪ ਸਮਝਦਾ, ਹੋਰਨਾਂ ਨੂੰ ਸਮਝਾਉਂਦਾ। ਗੁਰ ਚੇਲਾ, ਚੇਲਾ ਗੁਰ ਹੋਈ। ਤੋ ਖਾਲਸਾ ਮੇਰੋ ਸਤਿਗੁਰੂ ਪੂਰਾ, ਏਕ ਜੋਤ ਦੋਏ ਮੂਰਤੀ, ਸ਼ਬਦ ਮਿਲਾਵਾ ਹੋਏ, ਮਿਲਾਪ ਹੋ ਗਿਆ, ਗੁਰੂ ਚੇਲਾ ਬਣ ਗਿਆ, ਝੁਕ ਗਿਆ, ਨਮਸਕਾਰ ਕਰਦਾ। ਇਹੋ ਜਿਹਾ ਗੁਰਸਿੱਖ ਨੂੰ ਚੇਲਾ ਗੁਰੂ ਨਾਨਕ ਵਰਗਾ ਬਣ ਗਿਆ, ਤਾਂ ਹੀ ਸੱਚਖੰਡ ਪਹੁੰਚਿਆ। ਸੱਚਖੰਡ ਵਸੇ ਨਿਰੰਕਾਰ। ਤੂੰ ਵਾਹਿਗੁਰੂ ਬਾਬੇ ਨਾਨਕ ਵਰਗਾ ਬਣ ਜਾ, ਅੱਜ ਸੱਚਖੰਡ ਪਹੁੰਚ ਜਾਏਗਾ, ਅੱਜ ਹੀ। ਸੋ ਉੱਥੇ ਬੰਦਾ ਤਾਂ ਹੈ ਹੀ ਨਹੀਂ, ਸਾਰੇ ਹੀ ਨਿਰੰਕਾਰ ਹਨ, ਸਾਰੇ ਹੀ ਬਾਬੇ ਨਾਨਕ ਵਰਗੇ ਹਨ। ਤੇ ਬਾਬਾ ਨਾਨਕ ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਵਰੈ ਨਾਮ ਜਪਾ। ਉੱਥੇ ਸਤਿਕਾਰ ਹੁੰਦਾ। ਤੂੰ ਧੰਨ ਹੈ, ਸੱਚਖੰਡ ਪਹੁੰਚ ਗਿਆ, ਸਰੀਰ ਨੂੰ ਜਿੱਤ ਕੇ ਆ ਗਿਆ। ਤੂੰ ਧੰਨ ਹੈ, ਮਾਇਆ ਨੂੰ ਜਿੱਤ ਕੇ ਆ ਗਿਆ, ਵਿਕਾਰਾਂ ਨੂੰ ਜਿੱਤ ਕੇ ਆ ਗਿਆ। ਧੰਨ ਹੈ, ਹਉਮੈ ਨੂੰ ਜਿੱਤ ਕੇ ਆ ਗਿਆ। ਸੰਸਾਰ ਵਿੱਚ ਜ਼ਹਿਰ ਵਿੱਚ ਭਰੇ, ਕੱਜਲ ਭਰੇ ਸੰਸਾਰ ਵਿੱਚ ਗਿਆ ਸੀ, ਕਾਲਖ ਤੋਂ ਬਗੈਰ ਲੱਗ ਕੇ ਆ ਗਿਆ। ਤੂੰ ਧੰਨ ਹੈ, ਤੂੰ ਧੰਨ ਹੈ। ਹਰ ਦਰਗੇ ਪੈ ਨਾ ਹੀ ਹੈ। ਦੇਖਿਆ ਬਾਣੀ ਵੀ ਕਹਿੰਦੀ ਉਹਦਾ ਸਤਿਕਾਰ ਹੁੰਦਾ। ਗੁਰੂ ਚੇਲਾ ਹੋ ਗਿਆ ਨਾ, ਗੁਰੂ ਤਾਂ ਝੁਕਦਾ ਹੀ ਨਹੀਂ। ਮੇਰਾ ਪਾਤਸ਼ਾਹ ਤਾਂ ਚਰਨੀ ਹੱਥ ਲਾਉਂਦਾ, ਮੇਰਾ ਵਾਹਿਗੁਰੂ ਇੰਨੀ ਨਿਮਰਤਾ ਵਾਲਾ ਮੇਰਾ ਵਾਹਿਗੁਰੂ ਤੁਹਾਨੂੰ ਕਿਤੋਂ ਮਿਲਣਾ ਨਹੀਂ ਨਾ। ਆਪਾਂ ਪ੍ਰਚਾਰ ਨਹੀਂ ਕੀਤਾ ਭਾਈ। ਪੌੜੀ 17ਵੀਂ। ਅੰਗ ਵੀ ਸਫਲ ਹਨ ਗੁਰਸਿੱਖ ਦੇ। ਤੋ ਮਾਨਸ ਜਨਮ ਅਮੋਲ ਹੈ, ਹੋਏ ਅਮੋਲ ਸਾਧ ਸੰਗ ਪਾਏ। तो मानस जन्म बहुत कीमती है। ये सचखंड ਜਾਂ ਨਰਕਾਂ ਵਿੱਚ ਜਾ ਕੇ ਪਤਾ ਲੱਗਦਾ ਹੈ। ਹੋਰ ਵੀ ਕੀਮਤੀ ਹੋ ਜਾਂਦਾ ਹੈ ਜਦੋਂ ਬਾਬੇ ਨਾਨਕ ਦੀ ਬਾਣੀ ਦੀ ਸੰਗਤ ਮਿਲਦੀ ਹੈ, ਸੰਗਤ ਮਿਲਦੀ ਹੈ, ਸਾਧ ਸੰਗਤ। ਅੱਖੀ ਦੋਏ ਨਿਰਮੋਲ ਕਾ, ਸਤਿਗੁਰੂ ਦਰਸ ਧਿਆਨ ਲਿਵ ਲਾਏ। ਅੱਖਾਂ ਦੋਵੇਂ ਬਹੁਤ ਕੀਮਤੀ ਹਨ। ਜਦੋਂ ਬਾਬੇ ਨਾਨਕ ਦਾ ਦਰਸ਼ਨ ਕਰਨ ਲਈ ਸੁਰਤੀ ਜੋੜ ਕੇ ਧਿਆਨ ਟਿਕਾਉਂਦੀਆਂ ਹਨ। ਅੱਖਾਂ ਕਿੰਨੀਆਂ ਕੀਮਤੀ ਹਨ ਜਦੋਂ ਧਿਆਨ ਟਿਕਾਉਂਦੀਆਂ ਹਨ। ਮਸਤਕ ਸੀਸ ਅਮੋਲ ਹੈ, ਚਰਨ ਸਰਨ ਗੁਰ ਧੂੜ ਸੁਹਾਏ। ਮੱਥਾ ਤੇ ਸੀਸ ਫਿਰ ਬਹੁਤ ਕੀਮਤੀ ਹੈ। ਸਿਰ, ਮੱਥਾ ਤੇ ਸੀਸ ਬਹੁਤ ਕੀਮਤੀ ਹੈ। ਬਾਬੇ ਦੇ ਚਰਨਾਂ ਤੇ ਮੱਥਾ ਟੇਕਦਾ ਹੈ। ਗੁਰੂ ਬਾਬੇ ਦੇ ਚਰਨਾਂ ਦੀ ਧੂੜ ਵਿੱਚ ਸੋਹਣਾ ਲੱਗਦਾ ਹੈ। ਚਰਨ ਧੂੜ ਲੈਂਦਾ ਹੈ, ਮੱਥਾ ਟੇਕਦਾ ਹੈ। ਮੱਥਾ, ਸਿਰ ਕਿੱਡਾ ਕੀਮਤੀ ਹੈ। ਅੱਖਾਂ ਕਿੰਨੀਆਂ ਕੀਮਤੀ, ਧਿਆਨ ਲਾਉਂਦੀਆਂ। ਸਿਰ ਕਿੰਨਾ ਕੀਮਤੀ ਕਿ ਚਰਨਾਂ ਤੇ ਮੱਥਾ ਟੇਕ ਕੇ ਆਸ਼ੀਰਵਾਦ ਲੈਂਦਾ, ਚਰਨ ਧੂੜ ਲੈਂਦਾ। ਜੀਵਾ ਸਰਵਨ ਅਮੋਲ ਕਾ, ਸ਼ਬਦ ਸੁਰਤ ਸੁਣ ਸਮਝ ਸੁਣਾਏ। ਜੀਭ ਤੇ ਕੰਨ ਕਿੱਡੇ ਅਮੋਲਕ ਹਨ, ਬੜੇ ਕੀਮਤੀ ਹਨ। ਜੋ ਕੰਨ ਵਾਹਿਗੁਰੂ, ਜੇਬਾ ਵਾਹਿਗੁਰੂ 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 ਬੋਲਦੀ ਹੈ, ਕੰਨ ਵਾਹਿਗੁਰੂ ਸਿਮਰਨ ਵਿੱਚ ਸੁਰਤ ਜੋੜ ਲੈਂਦਾ। ਮੂੰਹੋਂ ਬੋਲਣਾ ਸੁਣ ਕੇ ਸਮਝਦੇ ਹਨ, ਸੁਣ ਕੇ ਸਮਝਦੇ ਹਨ। ਜੀਭ ਫਿਰ ਹੋਰਨਾਂ ਨੂੰ ਸਮਝਾਉਂਦੀ ਹੈ। ਵਾਹਿਗੁਰੂ ਬੋਲਦੇ ਨਾ, ਵਾਹਿਗੁਰੂ ਕੰਨ ਨਾਲ ਸੁਣੋ, ਵਾਹਿਗੁਰੂ ਵਾਹਿਗੁਰੂ ਆਪਣੀ ਆਵਾਜ਼ ਨੂੰ ਕੰਨ ਨਾਲ ਸੁਣੋ, ਸੁਰਤੀ ਲੱਗ ਜਾਏਗੀ। ਦੋਵੇਂ ਕੀਮਤੀ ਹੋਏ ਨਾ। ਇਹ ਦੇਖਿਆ ਜੀਵਾ ਬੜੀ ਕੀਮਤੀ ਹੈ, ਸਰਵਨ ਬੜੇ ਕੀਮਤੀ ਨੇ। ਸ਼ਬਦ ਸੁਰਤ ਸੁਨ ਸਮਝ ਸੁਨਾਏ। ਹਸਤ ਚਰਨ ਨਿਰਮੋਲ ਕਾ, ਗੁਰਮੁਖ ਮਾਰਗ ਸੇਵਕ ਮਾਏ। ਹੱਥ ਤੇ ਪੈਰ ਬੜੇ ਕੀਮਤੀ ਹਨ। ਅੰਮ੍ਰਿਤਧਾਰੀ ਗੁਰਸਿੱਖ ਪੈਰਾਂ ਨਾਲ ਗੁਰੂ ਦੇ ਰਸਤੇ ਤੇ ਚੱਲਦਾ ਹੈ।
ਹੱਥਾਂ ਨਾਲ ਸੇਵਾ ਕਰਕੇ ਰੱਬ ਦੇ ਨਾਮ ਦੀ ਕਮਾਈ ਕਰਦੇ ਹਨ। ਹੱਥਾਂ ਨਾਲ ਸੇਵਾ ਕਰਦੇ ਭਾਈ, ਸਾਰੀ ਸੇਵਾ ਹੱਥਾਂ ਨਾਲ ਹੀ ਹੋਣੀ, ਸਾਰੀ ਸੇਵਾ। ਗੁਰਮੁਖ ਹਿਰਦਾ ਅਮੋਲ ਹੈ, ਅੰਦਰ ਗੁਰੂ ਉਪਦੇਸ਼ ਵਸਾਏ। ਸੋ ਅੰਮ੍ਰਿਤਧਾਰੀ ਗੁਰਸਿੱਖ ਦਾ ਹਿਰਦਾ ਬਹੁਤ ਕੀਮਤੀ ਹੈ, ਜੋ ਬਾਬੇ ਨਾਨਕ ਦੀ ਸਿੱਖਿਆ ਨੂੰ ਹਿਰਦੇ ਵਿੱਚ ਵਸਾਉਂਦਾ, ਬਾਣੀ ਨੂੰ ਹਿਰਦੇ ਵਿੱਚ ਵਸਾਉਂਦਾ ਹੈ। ਸੋ ਪਤ ਪਰਵਾਨਾ ਤੋਲ ਤੁਲਾਏ, ਹਰ ਜੀਵ ਦੀ ਇੱਜ਼ਤ ਤੋਲੀ ਜਾਂਦੀ ਹੈ। ਜੇ ਪ੍ਰਵਾਨ ਹੋ ਜਾਏ ਤਾਂ ਸੱਚਖੰਡ ਪਹੁੰਚਦਾ ਹੈ, ਨਹੀਂ ਤਾਂ ਫਿਰ ਜਨਮ ਮਨਮੁਖ ਦਾ ਜਾਂਦਾ ਹੀ ਵਿਕਾਰ ਨਰਕਾਂ ਵਿੱਚ, ਫਿਰ ਜਨਮ ਗਿਆ। ਨਹੀਂ ਤਾਂ ਮਨਮੁਖ ਤਾਂ ਵੈਸੇ ਹੀ ਨਰਕਾਂ ਵਿੱਚ ਜਾਂਦਾ, ਤੋਲਿਆ ਵੀ ਨਹੀਂ ਜਾਂਦਾ। ਨਹੀਂ, ਸੱਚਖੰਡ ਤੋਲ ਵਿੱਚ ਇਹੀ ਤੋਲਿਆ ਜਾਂਦਾ, ਉਸਦੀ ਇੱਜ਼ਤ ਸੱਚਖੰਡ ਪ੍ਰਵਾਨ ਹੁੰਦੀ ਹੈ। ਤੋਲਿਆ ਜਾਂਦਾ ਮੀਨ ਪਰਖ ਤੇ ਪੂਰਾ ਉਤਰਿਆ, ਗੁਰੂ ਨਾਨਕ ਵਰਗਾ ਬਣ ਕੇ ਆਇਆ। ਇਹਨੇ ਕੋਈ ਕੁਰੈਤ ਤਾਂ ਨਹੀਂ ਕੀਤੀ, ਕੋਈ ਤਕੜੀ ਨਹੀਂ ਹੈਗੀ ਕਿ ਤੋਲਿਆ ਜਾਂਦਾ। ਉਹਦਾ ਜੀਵਨ ਤੋਲਿਆ ਜਾਂਦਾ, ਉਹਦਾ ਕਰੈਕਟਰ ਤੋਲਿਆ ਜਾਂਦਾ ਵੀ ਇਹ ਗੁਰੂ ਨਾਨਕ ਵਰਗਾ ਸਹਿਜ 'ਚ ਬਣ ਕੇ ਆਇਆ, ਉਹ ਤੋਲਿਆ ਜਾਂਦਾ। ਤਾਂ ਉਸਦੀ ਇੱਜ਼ਤ ਸੱਚਖੰਡ ਪ੍ਰਵਾਨ ਹੁੰਦੀ ਹੈ। ਇਹੀ ਜੀਵਨ ਦਾ ਮਨੋਰਥ ਹੈ। ਪੌੜੀ ਨੂੰ ਫਿਰ ਪੜੋ, ਇਹੀ ਕੰਮ ਕਰੋ ਤਾਂ ਸੱਚਖੰਡ ਪਹੁੰਚੋਗੇ। ਫਿਰ ਪੜੋ ਪਤ ਪਰਵਾਨਾ ਤੋਲ ਤੁਲਾਏ, ਸਾਰੀਆਂ ਗੱਲਾਂ ਅੰਗ, ਕਿੰਨੇ ਅੰਗ ਕੰਮ ਕਰਦੇ ਆ ਸਾਰੇ ਗੁਰੂ ਪਾਤਸ਼ਾਹ। ਪੌੜੀ 18ਵੀਂ, ਰੱਬ ਦੀਆਂ ਦਾਤਾਂ ਅਸੀਂ ਭੁੱਲ ਗਏ ਭਾਈ, ਰੱਬ ਦੀਆਂ ਦਾਤਾਂ ਅਸੀਂ ਭੁੱਲ ਗਏ। ਉਹ ਵਾਹਿਗੁਰੂ ਅਸੀਂ ਭੁੱਲ ਗਏ, ਰੱਬ ਨੂੰ ਭੁੱਲ ਗਏ, ਰੱਬ ਨੂੰ ਭੁੱਲ ਗਏ। ਰਖਤ ਬਿੰਦ ਕਰ ਨਿੰਮਿਆ, ਚਿੱਤਰ ਚਲਿੱਤਰ ਬਚਿੱਤਰ ਬਣਾਇਆ। ਰਖਤ ਲਹੂ ਬਿੰਦ ਵੀਰਜ ਨਿੰਮਿਆ ਪਲਿਆ, ਚਿੱਤ ਨਕਸ਼ਾ ਸ਼ਕਲ ਪੁਤਲਾ ਚਲਿੱਤਰ ਕੌਤਕ ਬਚਿੱਤਰ ਸੁੰਦਰ ਅਸ਼ਚਰਜ। ਮਾਂ ਦੀ ਰਕਤ ਲਹੂ ਤੋਂ, ਪਿਤਾ ਦੇ ਵੀਰਜ ਤੋਂ ਪੁਤਲਾ ਸਰੀਰ ਬਣ ਕੇ ਪਲਿਆ। ਮਾਂ ਦੇ ਪੇਟ ਵਿੱਚ ਹੀ ਪਲਿਆ, ਮਾਂ ਦੇ ਲਹੂ ਨਾਲ, ਪਿਤਾ ਦੇ ਵੀਰਜ ਨਾਲ, ਮਾਂ ਦੇ ਪੇਟ ਵਿੱਚ ਹੀ ਉਹ ਪੁਤਲਾ, ਸਰੀਰ ਦਾ ਪੁਤਲਾ ਪਲਿਆ। ਸਰੀਰ ਦਾ ਪੁਤਲਾ ਗਿਆ, ਦੇਖ ਲਓ ਪੁਤਲਾ। ਤੇ ਉਸ ਤੋਂ ਅਚਰਜ ਸੁੰਦਰ ਨਕਸ਼ਾ ਸ਼ਕਲ ਰੱਬ ਨੇ ਬਣਾਈ। ਇਹ ਇੱਕ ਸੁੰਦਰ ਖੇਲ ਹੈ, ਜਿਵੇਂ ਉਸਨੇ ਮਨੁੱਖਾ ਸਰੀਰ ਬਣਾਇਆ। ਬੜੀ ਸੁੰਦਰ ਖੇਡ ਹੈ ਮਨੁੱਖਾ। ਦੇਖੋ ਨਾ, ਵੀਰਜ ਵੀ ਇੱਕ ਪਾਣੀ ਦੀ ਬੂੰਦ ਹੈ ਤੇ ਲਹੂ ਵੀ ਇੱਕ ਲਿਕੁਇਡ ਚੀਜ਼ ਹੈ। ਦੋਵੇਂ ਮਿਲ ਕੇ ਇੱਕ ਬੰਦਾ ਕਿਵੇਂ ਬਣ ਗਿਆ, ਦੰਦ ਕਿਵੇਂ ਬਣ ਗਿਆ, ਸਿਰ ਤੇ ਵਾਲ ਕਿਵੇਂ ਬਣ ਗਿਆ, ਨੱਕ ਮੂੰਹ ਅੱਖ ਕਿਵੇਂ ਬਣ ਗਈ। ਅਚਰਜ ਖੇਡ ਨਹੀਂ। ਲਹੂ ਚੋਂ ਬੰਦਾ ਬਣ ਜਾਣਾ ਜਾਂ ਵੀਰਜ ਚੋਂ ਬੰਦਾ ਬਣ ਜਾਣਾ ਇੱਕ ਅਚਰਜ ਖੇਡ ਨਹੀਂ ਹੈਗੀ। ਕਦੀ ਇਹ ਸੋਚਿਆ ਕਿਵੇਂ ਹੱਡੀਆਂ ਕਿਵੇਂ ਬਣ ਗਈਆਂ ਬੰਦੇ ਦੀਆਂ? ਉਹ ਲਹੂ ਤੋਂ ਤੇ ਵੀਰਜ ਤੋਂ ਹੱਡੀਆਂ ਕਿਵੇਂ ਬਣ ਗਈਆਂ, ਪੁਤਲਾ ਕਿਵੇਂ ਬਣ ਗਿਆ? ਵਾਹਿਗੁਰੂ ਦੀ ਖੇਡ ਹੈ, ਕਿੱਡੀ ਅਚਰਜਤਾ ਦੀ ਖੇਡ ਹੈ, ਕਿੱਡੀ ਬੇਅੰਤ ਖੇਡ ਹੈ। ਪਰ ਸਾਨੂੰ ਸਮਝ ਨਹੀਂ ਆ ਰਹੀ ਗੱਲ ਦੀ। ਅਸੀਂ ਲੋਕ ਉਹਦੀਆਂ ਵਡਿਆਈਆਂ ਨੂੰ, ਦਾਤਾਂ ਨੂੰ ਭੁੱਲ ਗਏ, ਬਿਲਕੁਲ ਭੁੱਲ ਗਏ। ਗਰਭ ਕੁੰਡ ਵਿੱਚ ਰੱਖਿਆ ਜੀਓ ਪਾਏ ਤਨ ਸਾਜ ਸੁਹਾਇਆ। ਗਰਭ ਕੁੰਡ ਫਿਰ ਮਾਂ ਦੇ ਪੇਟ ਵਿੱਚ ਰੱਖਿਆ, ਜੀਵਾਤਮਾ ਪਾ ਕੇ ਸਰੀਰ ਸਾਜ ਕੇ ਸੋਹਣਾ ਬਣਾ ਦਿੱਤਾ। ਅਸੀਂ ਇਹ ਗੱਲਾਂ ਕਿਹਨੇ ਬਣਾਇਆ? ਵਾਹਿਗੁਰੂ ਨੇ। ਤੇ ਫਿਰ ਵਾਹਿਗੁਰੂ ਨੂੰ ਕਿਉਂ ਭੁੱਲ ਗਏ ਹੋ? ਫਿਰ ਆਪਾਂ ਵਾਹਿਗੁਰੂ ਨੂੰ ਕਿਉਂ ਭੁੱਲ ਗਏ? ਇਹ ਪੌੜੀ ਇਹੀ ਕਹਿ ਰਹੀ ਹੈ। ਔਰ ਰੱਬ ਦੀਆਂ ਦਾਤਾਂ ਆਪਾਂ ਕਿਉਂ ਭੁੱਲ ਗਏ? ਉਹਨੇ ਸਾਨੂੰ ਕਿੰਨੇ ਪਿਆਰ ਨਾਲ ਬਣਾਇਆ, ਆਪਾਂ ਕਿਉਂ ਭੁੱਲ ਗਏ? ਮੂੰਹ ਅੱਖੀ ਦੇ ਨੱਕ ਕੰਨ ਹੱਥ ਪੈਰ ਦੰਦ ਵਾਲ ਗਨਾਇਆ। ਇਹੋ ਹੀ ਗੱਲ ਮੈਂ ਕਹਿ ਰਿਹਾ ਸੀ ਯਾਰ। ਉਹ ਵੀਰਜ ਤੋਂ ਦੰਦ ਕਿਵੇਂ ਬਣ ਗਏ, ਮੂੰਹ ਕਿਵੇਂ ਬਣ ਗਿਆ, ਅੱਖਾਂ ਕਿਵੇਂ ਬਣ ਗਈਆਂ, ਨੱਕ ਤੇ ਕੰਨ ਕਿਵੇਂ ਬਣ ਗਏ, ਹੱਥ ਤੇ ਪੈਰ ਕਿਵੇਂ ਬਣ ਗਏ, ਤੇ ਵਾਲ ਕਿਵੇਂ ਬਣ ਗਏ? ਬੜੀ ਅਜੀਬ ਖੇਡ ਹੈ ਯਾਰ। ਮੂੰਹ ਖਾਣ ਲਈ, ਅੱਖਾਂ ਦੇਖਣ ਲਈ, ਨੱਕ ਸੁੰਘਣ ਲਈ, ਕੰਨ ਸੁਣਨ ਲਈ, ਹੱਥ ਸੇਵਾ ਲਈ, ਪੈਰ ਚੱਲਣ ਲਈ, ਤੇ ਦੰਦ ਚੱਬਣ ਲਈ, ਖਾਣ ਲਈ, ਵਾਲ ਸੁਹੱਪਣ ਤੇ ਅਰੋਗਤਾ ਲਈ। ਮਾਨੋ ਗਿਣ ਕੇ ਬਣਾ ਦਿੱਤਾ। ਭਾਵ ਸਭ ਲੋੜਾਂ ਪੂਰੀਆਂ ਕਰ ਦਿੱਤੀਆਂ, ਗਨਾਇਆ। ਸਭ ਲੋੜਾਂ ਬੜੇ ਮੁਤਾਬਕ ਪੂਰੀਆਂ ਕਰਤੀਆਂ। ਦਿਸ਼ਟ ਸ਼ਬਦ ਗਤ ਸੁਰਤ
ਲਿਵੇ ਰਾਗ ਰੰਗ ਰਸ ਪਰਸ ਲੁਭਾਇਆ। ਤੋ ਦ੍ਰਿਸ਼ਟ ਅੱਖਾਂ ਨੂੰ ਦੇਖਣ ਦੀ ਸ਼ਕਤੀ ਦਿੱਤੀ। ਸ਼ਬਦ ਉਹ ਸ਼ਕਤੀ ਜੋ ਕੰਨਾਂ ਰਾਹੀਂ ਆਵਾਜ਼ ਸੁਣਦੀ ਹੈ। ਗੱਤ ਅੰਗਾਂ ਨੂੰ ਹਿੱਲਣ ਜੁਲਣ ਦੀ ਸ਼ਕਤੀ ਦਿੱਤੀ। ਸੁਰਤ ਉਹ ਸੁਰਤੀ ਜੋ ਸਭ ਵਿੱਚ ਅਨੁਭਵ ਕਰਦੀ ਹੈ। ਲਿਵ ਜੋ ਸੁਰਤ ਦੇ ਵਿਸ਼ੇ ਵਿੱਚ ਰੱਬ ਨਾਲ ਸੰਬੰਧ ਪੈਦਾ ਕਰਦੀ ਹੈ। ਸੁਰਤ ਤੋਂ ਦ੍ਰਿਸ਼ਟ ਨੂੰ ਰੰਗ ਆਕਾਰ ਜਾਂ ਰੂਪ ਦੇਖਣ ਲਈ। ਸੋ ਭਾਈ ਸ਼ਬਦ ਨੂੰ ਰਾਗ ਗੱਤ ਨੂੰ ਪਰਸ ਸਪਰਸ਼ ਜਿਸ ਨਾਲ ਛੂਈਏ ਪਕੜੀਏ ਫੜੀਏ ਛੱਡੀਏ ਤੱਕੀਏ ਆਦਿ ਸਭ ਸਪਰਸ਼। ਤੋਂ ਸੁਰਤ ਨੂੰ ਰਸ ਜੋ ਜਿਸ ਦਾ ਅਨੁਭਵ ਸਾਡੇ ਅੰਦਰ ਪਹੁੰਚੇ ਰਸ ਉਹ ਸਭ ਰਸ ਹੈ। ਸੋ ਲਿਵ ਨੂੰ ਲੁਭਾਉਣਾ ਲੱਗਣਾ ਲਿਵ ਨੂੰ ਸੁਰਤ ਦੇ ਸੰਬੰਧ ਕਰਨ ਦੀ ਖਿੱਚ ਲੁਭਤ ਹੋਣ ਵਾਲੀ ਪ੍ਰਾਪਤੀ ਹੋਈ। ਐਸੀਆਂ ਅਨਮੋਲਕ ਦਾਤਾਂ ਵਾਹਿਗੁਰੂ ਨੇ ਸਰੀਰ ਵਿੱਚ ਪਾਈਆਂ। ਦੇਖੋ ਦ੍ਰਿਸ਼ਟ ਸ਼ਬਦ ਗੱਤ ਸੁਰਤ ਲਿਵ ਰਾਗ ਰੰਗ ਰਸ ਪਰਸ ਲੁਭਾਇਆ। ਦੇਖੋ ਇੱਕ ਸਰੀਰ ਵਿੱਚ ਕਿੰਨੀਆਂ ਦਾਤਾਂ ਪਾਈਆਂ। ਦੇਖੋ ਅੱਖਾਂ ਦੇਖਦੀਆਂ। ਦੇਖੋ ਸ਼ਬਦ ਉਹ ਸ਼ਕਤੀ ਜੋ ਕੰਨਾਂ ਨਾਲ ਆਵਾਜ਼ ਸੁਣਦੀ ਹੈ। ਗੱਤ ਅੰਗਾਂ ਨੂੰ ਹਿੱਲਣ ਜੁਲਣ ਦੀ ਸ਼ਕਤੀ ਦਿੱਤੀ। ਤੋ ਸੁਰਤ ਉਹ ਸ਼ਕਤੀ ਜੋ ਸਭ ਕੁਝ ਅਨੁਭਵ ਕਰਦੀ ਹੈ। ਲਿਵ ਜੇ ਸੁਰਤ ਦੇ ਵਿਸ਼ੇ ਵਿੱਚ ਰੱਬ ਨਾਲ ਸੰਬੰਧ ਪੈਦਾ ਕਰਦੀ ਹੈ। ਦ੍ਰਿਸ਼ਟ ਤੋ ਆਕਾਰ ਦਾ ਰੂਪ ਦੇਖਣ ਲੱਗੇ। ਸ਼ਬਦ ਨੂੰ ਰਾਗ ਨੂੰ ਗੱਤ ਨੂੰ ਪਰਸ ਅਪਰਸ ਸਪਰਸ਼ ਜਿਸ ਨਾਲ ਛੂਈਏ ਪਕੜੀਏ ਛੱਡੀਏ ਫੜੀਏ ਤੱਕੀਏ। ਕਿੰਨਾ ਕੁਛ ਵਾਹਿਗੁਰੂ ਨੇ ਆਦੇ ਸਭ ਸਪਰਸ਼ ਹੈ। ਬੜੀ ਗੱਲ ਕਹੀ ਬਈ। ਸੁਰਤ ਨੂੰ ਰਸ ਜਿਸ ਦਾ ਅਨੁਭਵ ਸਾਡੇ ਅੰਦਰ ਪਹੁੰਚ ਕੇ ਉਹ ਸਭ ਰਸ ਹੈ। ਜਿਸ ਦਾ ਅਨੁਭਵ ਸਾਡੇ ਅੰਦਰ ਪਹੁੰਚੇ ਉਹ ਰਸ ਹੈ। ਤੋ ਲਿਵ ਨੂੰ ਲਾਉਣਾ ਲੱਗਣਾ ਲਿਵ ਨੂੰ ਸੁਰਤ ਦੇ ਸੰਬੰਧ ਕਰਨ ਦੀ ਖਿੱਚ ਲੁਭਤ ਹੋਣ ਵਾਲੀ ਪ੍ਰਾਪਤੀ। ਤੋ ਐਸੀਆਂ ਬਖਸ਼ਿਸ਼ਾਂ ਮੋਲਕ ਦਾਤਾਂ ਵਾਹਿਗੁਰੂ ਨੇ ਸਰੀਰ ਵਿੱਚ ਪਾਈਆਂ ਹਨ। ਉੱਤਮ ਕੁੱਲ ਉੱਤਮ ਜਨਮ ਰੋਮ ਰੋਮ ਗਣ ਅੰਗ ਗਨਾਇਆ। ਵਾਹਿਗੁਰੂ ਉੱਤਮ ਕੁੱਲ 84 ਲੱਖ ਜੂਨਾਂ ਵਿੱਚੋਂ ਉੱਤਮ ਦੇਹੀ ਮਨੁੱਖੀ ਹੈ। ਫਿਰ ਉੱਪਰਲੀਆਂ ਦਾਤਾਂ ਵਾਲਾ ਉੱਤਮ ਜਨਮ ਜਿਸ ਦੇ ਰੋਮ ਰੋਮ ਤੇ ਅੰਗ ਵਾਹਿਗੁਰੂ ਦੇ ਗਿਣ ਗਿਣ ਕੇ ਬਣਾਏ। ਉੱਤਮ ਜਨਮ ਜਿਸ ਦੇ ਰੋਮ ਰੋਮ ਤੇ ਅੰਗ ਵਾਹਿਗੁਰੂ ਨੇ ਗਿਣ ਗਿਣ ਕੇ ਬਣਾਇਆ। ਦੇਖੋ ਉੱਤਮ ਕੁੱਲ ਉੱਤਮ ਜਨਮ ਰੋਮ ਰੋਮ ਗਣ ਅੰਗ ਬਣਾਇਆ। ਰੋਮ ਰੋਮ ਦੇਖ ਲੋ। ਬਾਲ ਬੁੱਧ ਮੂੰਹ ਦੁੱਧ ਦੇ ਕਰ ਮਲ ਮੂਤਰ ਸੂਤਰ ਵਿੱਚ ਆਇਆ। ਬਾਲ ਬੁੱਧ ਮੂੰਹ ਮੁਖ ਦੁੱਧ ਦੇ ਕਲ ਮਲ ਮੂਤਰ ਸੂਤਰ ਵਿੱਚ ਆਇਆ। ਭਾਈ ਜਦੋਂ ਬੱਚਾ ਸੀ ਬਾਲ ਬੁੱਧੀ ਸੀ ਸਮਝ ਨਹੀਂ ਸੀ। ਮਾਂ ਨੇ ਦੁੱਧ ਮੂੰਹ ਵਿੱਚ ਦੇ ਕੇ ਉਸਦੀ ਟੱਟੀ ਪਿਸ਼ਾਬ ਦੀ ਵੀ ਸੇਵਾ ਕੀਤੀ ਹੈ। ਮਲ ਮੂਤਰ ਮਾਂ ਨੇ ਕੀਤੀ ਆ। ਹੋਏ ਸਿਆਣਾ ਸਮਝਿਆ ਕਰਤਾ ਛੱਡ ਕੀਤੇ ਲਪਟਾਇਆ। ਜਦੋਂ ਭਾਈ ਸਿਆਣਾ ਹੋ ਗਿਆ ਜਵਾਨ ਹੋਇਆ ਪੜ ਗਿਆ ਭਾਈ ਸਮਝਦਾਰ ਹੋ ਗਿਆ ਤਾਂ ਆਪਣੇ ਕਰਤੇ ਕਰਨਹਾਰ ਵਾਹਿਗੁਰੂ ਗੁਰੂ ਨਾਨਕ ਨੂੰ ਭੁਲਾ ਕੇ ਉਸ ਦੀਆਂ ਬਣਾਈਆਂ ਉਸ ਦੀਆਂ ਦਿੱਤੀਆਂ ਦਾਤਾਂ ਨਾਲ ਲਪਟ ਗਿਆ ਮੋਇਆ ਗਿਆ। ਮਾਇਆ ਨੂੰ ਪਿਆਰ ਕਰਦਾ ਹੈ। ਮਾਇਆ ਦੇਣ ਵਾਲੇ ਮਾਧੋ ਨੂੰ ਪਿਆਰ ਨਹੀਂ ਕਰਦਾ। ਗੁਰਪੂਰੇ ਬਿਨ ਮੋਇਆ ਮਾਇਆ। ਪੂਰੇ ਸਮਰੱਥ ਬਾਬੇ ਨਾਨਕ ਦੀ ਬਖਸ਼ਿਸ਼ ਤੋਂ ਬਗੈਰ ਅੰਮ੍ਰਿਤ ਛਕਣ ਤੋਂ ਬਗੈਰ ਬਾਣੀ ਵਿਚਾਰਨ ਤੋਂ ਬਗੈਰ ਸਿਮਰਨ ਕਰਨ ਤੋਂ ਬਗੈਰ ਚਰਨ ਧੂੜ ਲੈਣ ਤੋਂ ਬਗੈਰ ਗੁਰਦੁਆਰੇ ਲੰਗਰ ਵਿੱਚ ਸੇਵਾ ਕਰਨ ਤੋਂ ਬਗੈਰ ਗੁਰਸਿੱਖਾਂ ਦੀ ਸੇਵਾ ਕਰਨ ਤੋਂ ਬਗੈਰ ਮਾਇਆ ਵਿੱਚ ਮੋਇਆ ਗਿਆ। ਮਾਇਆ ਵਿੱਚ ਮੋਇਆ ਗਿਆ।
ਪੌੜੀ 19। ਉਹ ਬਾਬੇ ਨਾਨਕ ਤੋਂ ਬਗੈਰ ਨਰਕਾਂ ਹੀ ਹਨ। ਅੰਮ੍ਰਿਤ ਨਾ ਛਕਿਆ ਤੇ ਨਰਕਾਂ ਹੀ ਹਨ, ਨਰਕਾਂ ਵਿੱਚ ਹੀ ਜਾਏਗਾ। ਦੇਖ ਲਓ, ਮਨਮੁਖ ਮਾਨਸ ਦੇ ਤੇ ਪਸ਼ੂ ਪ੍ਰੇਤ ਅਚੇਤ ਚੰਗੇਰੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਕਹਿੰਦਾ ਮਨਮੁਖ ਮਾਨਸ ਦੇ ਤੇ ਪਸ਼ੂ ਪ੍ਰੇਤ ਅਚੇਤ ਚੰਗੇਰੇ। ਪਸ਼ੂਆਂ ਦਾ ਮੁਕਾਬਲਾ ਕੀਤਾ ਭਾਈ। ਅਚੇਤ ਹੁੰਦਾ ਅਗਿਆਨੀ, ਮਨਮੁਖ ਜਿਹਨਾਂ ਅੰਮ੍ਰਿਤ ਨਹੀਂ ਛਕਿਆ। ਜਿਨ੍ਹਾਂ ਮਨੁੱਖਾਂ ਨੇ ਮਨੁੱਖਾ ਜਨਮ ਹਾਸਿਲ ਕਰਕੇ ਅੰਮ੍ਰਿਤ ਨਹੀਂ ਛਕਿਆ, ਉਹਨਾਂ ਦੇ ਸਰੀਰ ਤੋਂ ਤਾਂ ਪਸ਼ੂ ਪ੍ਰੇਤ ਅਗਿਆਨੀ ਚੰਗੇ ਹਨ। ਹੋਏ ਸੁਚੇਤ ਅਚੇਤ ਹੋਏ ਮਾਨਸ, ਮਾਨਸ ਦੇ ਵੱਲ ਹੀਰੇ। ਮਾਨਸ ਮਾਨਸ ਦੇ ਵੱਲ ਹੀਰੇ। ਹੋਏ ਅਚੇ ਹੋਏ ਸੁਚੇਤ ਅਚੇਤ ਹੋਏ। ਅਚੇਤ ਹੁੰਦਾ ਅਗਿਆਨੀ, ਹੀਰੇ ਮੈਨੇ ਵੇਖਦਾ ਹੈ, ਆਸ ਰੱਖਦਾ ਹੈ। ਮਨਮੁਖ ਚੰਗਾ ਭਲਾ ਸਿਆਣਾ ਹੁੰਦਾ ਹੋਇਆ ਵੀ ਅਗਿਆਨੀ ਹੋ ਬੈਠਦਾ ਹੈ। ਅਗਿਆਨੀ ਹੋ ਬੈਠਦਾ ਹੈ ਕਾਰਨ ਬਾਣੀ ਨਹੀਂ ਵਿਚਾਰਦਾ। ਮਨੁੱਖ ਹੋ ਕੇ ਮਨੁੱਖ ਵੱਲ ਦੇਖਦਾ ਹੈ, ਮਨੁੱਖ ਦੀ ਆਸ ਰੱਖਦਾ ਹੈ। ਮਨੁੱਖ ਕੀ ਟੇਕ ਬਿਰਤੀ ਸਭ ਜਾਨ। ਮਨਮੁਖ ਦੀ ਨਿਸ਼ਾਨੀ ਹੈ, ਰੱਬ ਨੂੰ ਨਹੀਂ ਪੂਜਦਾ, ਬੰਦੇ ਤੇ ਹੀ ਆਸ ਰੱਖਦਾ ਹੈ। ਅੱਗੇ ਦੇਖੋ, ਪਸ਼ੂ ਨਾ ਮੰਗੇ ਪਸ਼ੂ ਤੇ ਪੰਖੇਰੂ, ਪੰਖੇਰੂ ਘੇਰੇ। ਪਸ਼ੂ ਪਸ਼ੂ ਤੋਂ ਨਹੀਂ ਮੰਗਦਾ। ਕਦੀ ਦੇਖਿਆ ਮੱਝ ਮੱਝ ਤੋਂ ਮੰਗਦੀ ਹੋਵੇ, ਗਾਂ ਗਾਂ ਤੋਂ ਮੰਗਦੀ ਹੋਵੇ? ਪੰਖੀ ਪੰਖੀ ਨੂੰ ਨਹੀਂ ਘੇਰਦਾ। ਭਾਵ ਇੱਕ ਦੂਜੇ ਦੀ ਆਸ ਨਹੀਂ ਤੱਕਦੇ। ਕਦੀ ਦੇਖਿਆ ਤੁਸੀਂ ਪਸ਼ੂ ਮੰਗਦਾ ਹੋਵੇ ਕਿਸੇ ਤੋਂ? ਇੱਕ ਦੂਜੇ ਦੀ ਆਸ ਨਹੀਂ ਰੱਖਦੇ। 84 ਲੱਖ ਜੂਨ ਵਿੱਚ ਉੱਤਮ ਮਾਨਸ ਜੂਨ ਭਲੇਰੇ। 84 ਲੱਖ ਜੂਨਾਂ ਵਿੱਚੋਂ ਮਾਨਸ ਜਨਮ ਸਭ ਤੋਂ ਉੱਤਮ ਹੈ ਤੇ ਸਭ ਤੋਂ ਭਲਾ ਹੈ। ਭਲੇਰੇ ਭਲਾ ਹੈ ਭਾਈ। ਉੱਤਮ ਮਨ ਬਚ ਕਰਮ ਕਰ, ਜਨਮ ਮਰਨ ਭਉ ਜਲ ਲੱਖ ਫੇਰੇ। ਮਨ ਕਰਕੇ, ਬਚਨਾ ਕਰਕੇ, ਕਰਮਾ ਕਰਕੇ ਤਾਂ ਮਨੁੱਖ ਉੱਤਮ ਹੈ, ਪਰ ਅੰਮ੍ਰਿਤ ਨਾ ਛਕਣ ਕਰਕੇ ਵਿਕਾਰਾਂ ਭਰੇ ਸੰਸਾਰ ਵਿੱਚ ਜਨਮ ਮਰਨ ਦੇ ਲੱਖਾਂ ਚੱਕਰ ਵਿੱਚ ਪੈ ਜਾਂਦਾ ਹੈਗਾ ਤਾਂ ਉੱਤਮ ਹੈ। ਮਨ ਕਰਕੇ, ਬਚਨ ਕਰਕੇ, ਕਰਮਾ ਕਰਕੇ, ਪਰ ਜਨਮ ਮਰਨ ਭਉ ਜਲ ਲੱਖ ਫੇਰੇ। ਅੰਮ੍ਰਿਤ ਨਾ ਛਕਣ ਕਰਕੇ ਚੱਕਰ ਵਿੱਚ ਪੈ ਜਾਂਦਾ ਭਾਈ। ਰਾਜਾ ਪਰਜਾ ਹੋਏ ਕਹਿ, ਸੁਖ ਵਿੱਚ ਦੁੱਖ ਹੋਏ ਭਲੇ ਭਲੇਰੇ। ਭਾਈ ਰਾਜਾ ਅਮੀਰ ਹੈ, ਪਰਜਾ ਗਰੀਬ ਹੈ, ਭਲੇ ਭਲੇਰੇ ਵੱਡੇ ਤੋਂ ਵੱਡਾ। ਰਾਜਾ ਵੀ ਹੋਵੇ, ਵੱਡਾ ਹੋਵੇ, ਅਮੀਰ ਹੋਵੇ, ਪਰਜਾ ਹੋਵੇ, ਛੋਟਾ ਹੋਵੇ, ਗਰੀਬ ਹੋਵੇ, ਭਲਿਆਂ ਤੋਂ ਭਲਾ ਹੋਵੇ, ਤਾਂ ਵੀ ਸੁੱਖ ਵਿੱਚ ਦੁੱਖ ਭੋਗਣਾ ਹੀ ਪੈਂਦਾ। ਸੁੱਖ ਵਿੱਚ ਦੁੱਖ ਭੋਗਣਾ ਹੀ ਪੈਂਦਾ। ਕੁੱਤਾ ਰਾਜ ਬਹਾਲੀਏ, ਚੱਕੀ ਚੱਟਣ ਜਾਏ ਹਨੇਰੇ। ਕਰਮਾ ਕਰਕੇ ਕਿਹਾ, ਕੁੱਤੇ ਨੂੰ ਜੇ ਰਾਜ ਤੇ ਬਿਠਾ ਦਈਏ ਤਾਂ ਰਾਤ ਨੂੰ ਚੱਕੀ ਚੱਟਣ ਜਾਂਦਾ। ਤਿਵੇਂ ਹੀ ਉੱਤਮ ਮਨੁੱਖਾ ਜਨਮ ਜਦੋਂ ਅੰਮ੍ਰਿਤ ਨਹੀਂ ਛਕਦਾ, ਮਨਮੁਖ ਹੋ ਜਾਂਦਾ ਹੈ। ਜੋ ਦੈਵੀ ਗੁਣ, ਰਾਜਿਆਂ ਵਾਲੇ ਗੁਣ ਜੋ ਰੱਬ ਦੇ ਦੇਹੀ ਵਿੱਚ ਰੱਖੇ ਸਨ, ਉਹਨਾਂ ਜਿਨ੍ਹਾਂ ਦਾ ਪਿੱਛੇ ਕਥਨ ਕੀਤਾ ਹੈ, ਉਹਨਾਂ ਤੋਂ ਪਰਮ ਸੁਖ ਭੋਗਣ ਦੀ ਥਾਂ ਵਿਸ਼ੇ ਵਿਕਾਰਾਂ ਦੀ ਚੱਕੀ ਚੱਟਣ ਜਾਂਦਾ ਹੈ। ਤੋ ਜਿਸ ਦਾ ਫਲ ਸਦੀਵੀ ਦੁੱਖ ਹਨ, ਸਦੀਵੀ ਨਰਕਾਂ ਹਨ। ਗੁਰ ਪੂਰੇ ਬਿਨ ਗਰਭ ਵਸੇਰੇ। ਪੂਰੇ ਸਮਰੱਥ ਗੁਰੂ ਨਾਨਕ ਤੋਂ ਅੰਮ੍ਰਿਤ ਛਕਣ ਤੋਂ ਬਗੈਰ ਜੰਮਦਾ ਮਰਦਾ ਹੀ ਰਹਿੰਦਾ। ਗਰਭ ਵਸੇਰੇ, ਮਾਂ ਦੇ ਪੇਟ ਵਿੱਚ ਹੀ ਰਹੂਗਾ, ਕੁੱਤਾ ਬਣੂਗਾ, ਕੁਛ ਬਣੂਗਾ। 20ਵੀਂ ਪੌੜੀ। ਅੰਮ੍ਰਿਤਧਾਰੀ ਗੁਰਸਿੱਖਾਂ ਦੀ ਸ੍ਰੇਸ਼ਟਤਾ। ਵਣ ਵਣ ਵਾਸ ਬਨਸਪਤ, ਚੰਦਨ ਬਾਝ ਨਾ ਚੰਦਨ ਹੋਈ। ਵਨ ਵਨ ਕਹਿੰਦਾ ਜੰਗਲ ਵਿੱਚ ਬਿਰਛ ਬੂਟੇ ਬਹੁਤ ਹਨ। ਵਾਸ ਬਨਸਪਤ, ਚੰਦਨ ਤੋਂ ਬਗੈਰ ਕੋਈ ਚੰਦਨ ਵਰਗਾ ਨਹੀਂ ਹੁੰਦਾ। ਚੰਦਨ ਦੇ ਬੂਟੇ ਤੋਂ ਬਗੈਰ ਕੋਈ ਚੰਦਨ ਵਰਗਾ ਨਹੀਂ ਹੁੰਦਾ। ਸੋ ਪਰਬਤ ਪਰਬਤ ਅਸ਼ਟ ਧਾਤ, ਪਾਰਸ ਬਾਝ ਨਾ ਚੰਦਨ ਸੋਈ। ਪਹਾੜਾਂ ਵਿੱਚ ਪਹਾੜ ਵਿੱਚ ਅੱਠੇ, ਸਭ ਪਹਾੜਾਂ ਵਿੱਚ ਅੱਠੇ ਧਾਤਾਂ ਹਨ। ਪਹਾੜਾਂ ਵਿੱਚ, ਪਰੰਤੂ ਪਾਰਸ ਤੋਂ ਬਗੈਰ ਉਹ ਸੋਨਾ ਨਹੀਂ ਹੋ ਸਕਦੀਆਂ ਅੱਠੇ ਧਾਤਾਂ। ਤੋ 4 ਵਰਨ 6 ਦਰਸ਼ਨਾ,
ਸਾਧ ਸੰਗਤ ਬਿਨ ਸਾਧ ਨ ਹੋਈ। ਉਹ ਹਿੰਦੂਆਂ ਦੇ ਸੰਸਾਰ ਵਿੱਚ 4 ਵਰਨ 6 ਦਰਸ਼ਨ ਹਨ। ਪਰਬਤ ਪਰਬਤ ਅਸ਼ਟ ਧਾਤ ਪਾਰਸ ਬਾਝ ਨ ਕੰਚਨ ਸੋਈ। ਪਹਾੜ ਪਹਾੜ ਵਿੱਚ 8 ਧਾਤਾਂ ਹਨ, ਹਰ ਪਹਾੜ ਵਿੱਚ 8 ਧਾਤਾਂ ਹਨ, ਪਰੰਤੂ ਪਾਰਸ ਤੋਂ ਬਗੈਰ ਉਹ ਸੋਨਾ ਨਹੀਂ ਹੋ ਸਕਦੇ। ਪਾਰਸ ਤੋਂ ਬਗੈਰ ਸੋਨਾ ਨਹੀਂ ਹੋ ਸਕਦਾ, तो चंदन तो बगैर चंदन वर्गा नहीं हो सकता। 4 वर्ण 6 दर्शना साध संगत बिन साध न होई। संसार में 4 वर्ण हैं, 6 दर्शन हैं, पर साध संगत तो बगैर गुरु नानक, कोई साध संगत तो बगैर कोई गुरु नानक नहीं बन सकता। कोई गुरु बिन साध न होई, भाव कोई संगत तो बगैर बाबे नानक की बख्शिश नहीं लै सकता। संगत तो बगैर कोई बाबे नानक की बख्शिश नहीं लै सकता। श्री गुरु ग्रंथ साहब जी तो बगैर कोई बख्शिश नहीं लै सकता। संगत तो बगैर साध न हुई। जिथे संगत है गुरु साहब है नहीं, फिर गुरु उपदेश आवेश कर गुरमुख साध संगत जानोई। आवेश मैंने वसा के जनोई जानते हैं। बाबे नानक की सिक्ख्या नूं मन च वसा के, श्री गुरु ग्रंथ साहब जी की बाणी नूं मन च वसा के अमृतधारी गुरसिख श्री गुरु ग्रंथ साहब जी की संगत नूं ही जानते हैं। बस शब्द सुरत लिव लीन होए प्रेम प्याला अपियो पीउई। वाहिगुरू सिमरन च सुरत जोड़ के एक रस लिव लीन हो के प्रेम नाल अमृत दा प्याला पींदे हन। मन उन्मन तन दुबले दे बदे स्ने सुथोई। उन्मन हुंदा मिलाप की अवस्था विच मस्त, प्रसन्नता, मस्त रहना, खिड़िया रहना तो मस्त। दुबले कमजोर बदे निर्मोह स्ने प्रेम सतोई साथी। मिलाप की अवस्था विच मन खिड़िया रहिंदा। शरीर भावें कमजोर ही होवे, वो शरीर के मोह तो निर्मोह हो जाते हैं ते वाहिगुरू दे प्यार वाले साथी बन जाते हैं। गुरमुख सुख फल अलख लखोई। अमृतधारी गुरसिख जीवन मनोरथ का फल प्राप्त कर लेंदा है। जो सदीवी सुख है तो जो वाहिगुरू जानिया नहीं जा सकता, उन्होंने सचखंड पहुँच के जान जाता है। पौड़ी 21। माया तो निर्मोह गुरमुख सुख फल साध संग। माया अंदर करन उदासी। अमृतधारी गुरसिख साध संगत विच मनुखा जन्म दे फल की प्राप्ति सदीवी सुख प्राप्त करके अमीर हुंदे होए भी माया तो निर्मोह हन, शरीर तो भी निर्मोह हन। माया शरीर आ, नोटां दा नां नहीं भाई ओए, डालरां दा नां नहीं, पाउंडां दा नां नहीं। शरीर माया माया, हर गंदे काम दी माया, वो तो निर्मोह। ते शरीर सब तो गंदा। जिस जल अंदर कमल है, ज्यों जल अंदर कमल है, सूरज ध्यान आकाश निवासी। कहते जिवें जल विच कमल फुल हुंदा है, पर ध्यान सुरत ओहदी आकाश निवासी सूरज वाल ही रहिंदा है। तिवें ही गुरसिख, तिवें ही गुरसिख रहिंदा माया दे पुतले शरीर विच ही है, पर ध्यान सुरत वाहिगुरू विच है। रहिंदा माया विच, शरीर विच, गंदे विच। तो चंदन सप्पी वेड़िया शीतल शांत सुगंध विगासी। चंदन मैंने जीव है, सप मैंने माया है। चंदन नूं जहर दी तपश नाल सड़दे अनेकां सप जा लिपटदे हन ते सुख मानदे हन, पर चंदन उन्हां नूं वेख के अपनी सुगंधी ते शीतलता वाले सुभाव नूं नहीं छड्डदा। वो खेड़े विच ही रहिंदा। इस तरह ही गुरसिख माया विच रहने, सप विच ही रहने, अग विच ही रहने, पर शीतल की तरह ठंडे, चंदन की तरह ठंडा शीतलता सुभाव रखने। साध संगत संसार विच शब्द सुरत लिव सहज बिलासी, बिलासी प्रसन्न चित। ठीक इसे तरह गुरसिख जहर भरे संसार विच रहिंदे हन, अग दे भरे समुंदर शरीर विच रहिंदे हन, पर साध संगत विच वाहिगुरू सिमरन विच सुरत जोड़ के लिवलीन रहिंदे हन, सदा ही सुन समाध विच खिड़े रहिंदे हन।
ਚੰਦਨ ਦੀ ਤਰ੍ਹਾਂ, ਕਮਲ ਦੀ ਤਰ੍ਹਾਂ। ਜੋਗ ਜੁਗਤ ਭੋਗ ਭੁਗਤ ਜਿਨ ਜੀਵਨ ਮੁਕਤ ਅਛਲ ਬਨਾਸੀ। ਜੋਗ ਜੁਗਤ ਮਿਲਾਪ ਦੀ ਜੁਗਤੀ ਤਰੀਕਾ, ਭੋਗ ਭੁਗਤ ਸੰਸਾਰੀ ਭੋਗ ਭੋਗ ਨੇ, ਜਿਣ ਜਿੱਤ ਕੇ। ਤੋ ਰੱਬ ਦੇ ਮਿਲਾਪ ਦਾ ਤਰੀਕਾ ਜਾਣ ਕੇ ਸੰਸਾਰੀ ਭੋਗ ਵੀ ਭੋਗਦੇ ਹਨ, ਰਹਿੰਦੇ ਸੰਸਾਰ ਵਿੱਚ ਹੀ, ਸਰੀਰ ਵਿੱਚ ਹੀ ਹਨ, ਜੀਵਨ ਨੂੰ ਜਿੱਤ ਲੈਂਦੇ ਹਨ, ਭਾਵ ਕਰਹਿਤ ਨਹੀਂ ਕਰਦੇ, ਮੁਕਤੀ ਪ੍ਰਾਪਤ ਕਰਦੇ ਹਨ, ਰੱਬ ਵਰਗੇ ਅਛਲ ਤੇ ਅਬਨਾਸ਼ੀ ਬਣ ਜਾਂਦੇ। ਪਾਰ ਬ੍ਰਹਮ ਪੂਰਨ ਬ੍ਰਹਮ ਗੁਰ ਪਰਮੇਸ਼ਰ ਆਸ ਨਿਰਾਸੀ। ਬਾਬਾ ਨਾਨਕ ਪਰਮੇਸ਼ਰ ਪਾਰ ਬ੍ਰਹਮ ਪੂਰਨ ਬ੍ਰਹਮ ਹੈ, ਆਸਾ ਵਿੱਚ ਨਿਰਾਸ਼ ਰਹਿ ਕੇ ਮਿਲ ਲਈਦਾ। ਗੁਰਸਿੱਖ ਮਿਲ ਪੈਂਦਾ ਹੈ। ਅਕਥ ਕਥਾ ਅਬਿਗਤ ਪ੍ਰਗਾਸੀ। ਬਾਬੇ ਨਾਨਕ ਦੀ ਕਥਾ ਕਥੀ ਨਹੀਂ ਜਾ ਸਕਦੀ, ਉਹ ਵਿਖਿਆਨ ਤੋਂ ਬਾਹਰ ਹੈ, ਦੇਖਿਆ ਨਹੀਂ ਜਾ ਸਕਦਾ, ਜਾਣਿਆ ਨਹੀਂ ਜਾ ਸਕਦਾ। ਉਹ ਰੱਬੀ ਪ੍ਰਕਾਸ਼ ਹੈ, ਗੁਰਮੁਖ ਜਾਣ ਸਕਦਾ ਹੈ, ਬਸ ਉਹਦੀ ਮਿਹਰ ਨਾਲ ਹੀ ਆਪਾਂ ਜਾ ਸਕਦੇ। ਜਿਸ ਵਾਰ ਤੋਂ ਸਿੱਖ ਨੂੰ ਸਮਝ ਨਹੀਂ ਆਈ ਨਾ ਬਾਬਾ ਨਾਨਕ ਕੌਣ ਹੈ, ਅਗਲੀ ਦੁਨੀਆ ਕੀ ਹੈ, ਮੁਕਤੀ ਕੀ ਹੈ, ਸੱਚਖੰਡ ਕੀ ਹੈ, ਨਰਕਾਂ ਕੀ ਹਨ, ਅੰਮ੍ਰਿਤ ਕਿਉਂ ਛਕਣਾ ਹੈ, ਸੰਗਤ ਕਿਉਂ ਕਰਨੀ ਹੈ, ਨਾਮ ਕਿਉਂ ਜਪਣਾ ਹੈ, ਬਾਣੀ ਕਿਉਂ ਵਿਚਾਰਨੀ ਹੈ, ਜੀਵਨ ਕਿਉਂ ਬਦਲਣਾ ਹੈ, ਕੁਰੈਤ ਕਿਉਂ ਨਹੀਂ ਕਰਨੀ, ਤਾਂ ਫਿਰ ਕਦੀ ਵੀ ਸਮਝ ਨਹੀਂ ਆ ਸਕਦੀ। ਉਸਦੇ ਕਰਮਾਂ ਵਿੱਚ ਨਾਮ ਦੀ ਦਾਤ ਹੀ ਹੈ ਨਹੀਂ। ਕਰਮ ਇੰਨੇ ਭੈੜੇ ਹਨ ਕਿ ਉਹ ਅੰਦਰ ਬੈਠਾ ਬਾਬਾ ਨਾਨਕ ਅੰਮ੍ਰਿਤ ਛਕਣਾ ਹੀ ਨਹੀਂ ਚਾਹੁੰਦਾ। ਕਾਂਟ ਹੈਲਪ ਇਟ। ਨਰਕਾਂ ਵਿੱਚ ਜਾਓਗੇ, ਕਿਸੇ ਦੇਹਧਾਰੀ ਗੁਰੂ ਕੋਲ ਚਲੇ ਜਾਏਗਾ, ਜਾਓ ਸੰਤਾਂ ਸਾਧਾਂ ਕੋਲ ਚਲਾ ਜਾਏਗਾ, 16 ਕੁਲਾਂ ਵਾਲੇ ਕੋਲ ਚਲਾ ਜਾਏਗਾ, ਕਿਸੇ ਨੂਰ ਮਹਿਲ ਚਲਾ ਜਾਏਗਾ, ਉਹ ਕਹੇਗਾ ਤੇਰੇ ਧੰਨ ਭਾਗ, ਤੂੰ ਆ ਗਿਆ, ਤੇਰੀ ਕਿਸਮਤ ਚੰਗੀ। ਸੋ ਵਾਰ 16ਵੀਂ ਪੌੜੀ ਪਹਿਲੀ। ਏਕ ਓਂਕਾਰ ਸਤਿਗੁਰ ਪ੍ਰਸਾਦ ਪੌੜੀ ਪਹਿਲੀ। ਜਿਹਾ ਬੀਜੋਗੇ ਤਿਹਾ ਫਲ ਮਿਲੇਗਾ। ਸਭ ਤੋਂ ਨੀਵੀਂ ਧਰਤ ਹੋਏ ਦਰਗਹਿ ਅੰਦਰ ਮਿਲੀ ਵਡਾਈ। ਆਕਾਸ਼ ਵਿੱਚ ਸਭ ਤੋਂ ਨੀਵੀਂ ਧਰਤੀ ਹੈ, ਸਭ ਤੋਂ ਨੀਵਾਂ ਉਪਗ੍ਰਹਿ ਧਰਤੀ ਹੈ, ਕਿਉਂਕਿ ਸਾਰੇ ਤਾਰੇ, ਚੰਦਰਮਾ, ਸੂਰਜ, ਉਪਗ੍ਰਹਿ, ਪਲੈਨੇਟ ਆਕਾਸ਼ ਵਿੱਚ ਘੁੰਮ ਰਹੇ ਹਨ। ਸਾਰਿਆਂ ਤੋਂ ਨੀਵੀਂ ਧਰਤੀ, ਉਹ ਸਾਰਿਆਂ ਤੋਂ ਉੱਚੇ ਹਨ। ਸੋ ਨਿਮਰਤਾ ਵਾਲੀ ਹੈ, ਨਿਮਾਣੀ ਹੈ, ਇਸੇ ਕਰਕੇ ਇਸ ਨੂੰ ਸੱਚਖੰਡ ਵਡਿਆਈ ਮਿਲੀ। ਦਰਗਹਿ ਅੰਦਰ ਮਿਲੀ ਵਡਿਆਈ। ਕਿਵੇਂ? ਕੋਈ ਗੋਡੇ ਵਾਏ ਹਲ, ਕੋ ਮਲਮੂਤ ਕਸੂਤ ਕਰਾਈ। ਕੋਈ ਗੋੜਦਾ ਹੈ, ਕੋਈ ਹਲ ਵਾਉਂਦਾ ਹੈ, ਤੇ ਕੋਈ ਮਲ ਮੂਤਰ ਨਾਲ ਗੰਦੀ ਕਰੀ ਜਾਂਦਾ ਹੈ। ਕਦੀ ਧਰਤੀ ਬੋਲੀ ਆ? ਲਿੰਬ ਰਸੋਈ ਕੋ ਕਰੇ, ਚੋਵਾ ਚੰਦਨ ਪੂਜ ਚੜਾਈ। ਕੋਈ ਲੇਪਨ ਕਰਦਾ ਹੈ, ਭੋਜਨ ਬਣਾਉਂਦਾ ਹੈ, ਤੇ ਕੋਈ ਚੋਵਾ ਚੰਦਨ ਦੀ ਮਹਿਕ ਕਰਕੇ ਪੂਜਾ ਕਰਦਾ ਹੈ, ਤੇ ਕੋਈ ਚੜਾਵੇ ਚੜਾਉਂਦਾ ਹੈ। ਜਿਹਾ ਬੀਜੇ ਸੋ ਲੂਣੇ, ਸੋ ਲੂਣੇ ਜਿਹਾ ਬੀਓ ਤਿਹਾ ਫਲ ਪਾਈ। ਜੋ ਬੀਜਦਾ ਹੈ ਉਹੀ ਕੱਟਦਾ, ਤੋ ਜਿਹੋ ਜਿਹਾ ਬੀਜ ਬੀਜਦਾ ਉਹੋ ਜਿਹਾ ਹੀ ਫਲ ਪਾਉਂਦਾ ਹੈ। ਗੁਰਮੁਖ ਸੁਖ ਫਲ ਸਹਿਜ ਕਰ, ਆਪ ਗਵਾਏ ਨਾ ਆਪ ਗਨਾਈ। ਗੁਰਮੁਖ ਦਾ ਸੱਚਖੰਡ ਪਹੁੰਚਣਾ ਹੀ ਸੁਖ ਫਲ ਹੈ। ਹਉਮੈ ਨੂੰ ਮਾਰ ਕੇ ਕਿਸੇ ਨੂੰ ਜਿਤਾਉਂਦੇ ਨਹੀਂ, ਨਿਮਰਤਾ ਵਿੱਚ ਜੀਵਨ ਬਤੀਤ ਕਰਦੇ, ਰੌਲਾ ਨਹੀਂ ਪਾਉਂਦੇ। ਅਸੀਂ ਸੱਚਖੰਡ ਪਹੁੰਚ ਗਏ, ਰੱਬ ਨਾਲ ਮਿਲ ਗਏ, ਇੱਕ ਮਿਕ ਹੋ ਗਏ, ਚੁੱਪ, ਕਿਸੇ ਨੂੰ ਪਤਾ ਹੀ ਨਹੀਂ ਲੱਗਦਾ। ਤੋ ਜਾਗਰਤ ਸੁਪਨ ਸੁਖੋਪਤੀ, ਉਨਮਨ ਮਗਨ ਰਹੇ ਲਿਵਲਾਈ। ਜਾਗਰਤ ਸੁਪਨ ਸੁਖੋਪਤੀ ਭਾਵ ਹਰ ਸਮੇਂ ਇੱਕੋ ਸਹਿਜ ਅਵਸਥਾ ਵਿੱਚ ਲਿਵ ਜੋੜ ਕੇ ਮਗਨ ਹੋਏ ਰਹਿੰਦੇ ਹਨ। ਜਾਗਰਤ ਸੁਪਨ ਸੁਖੋਪਤੀ ਉਨਮਨ ਮਸਤ ਮਗਨ ਰਹੇ ਲਿਵ ਲਾਈ। ਸੁਰਤੀ ਲਾ ਕੇ ਬੈਠੇ ਰਹਿੰਦੇ ਆ। ਸਾਧ ਸੰਗਤ ਗੁਰ ਸ਼ਬਦ ਕਮਾਈ। ਇਹ ਅਵਸਥਾ ਦੀ ਪ੍ਰਾਪਤੀ ਸਾਧ ਸੰਗਤ ਵਿੱਚ ਵਾਹਿਗੁਰੂ 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 ਸਿਮਰਨ ਦੇ ਅਭਿਆਸ ਕਰਨ ਦੀ ਕਮਾਈ ਨਾਲ ਹੁੰਦੀ ਹੈ। ਭਾਈ ਹੋਏ ਪੌੜੀ ਦੂਜੀ। ਪਾਣੀ ਤੋਂ ਉਪਦੇਸ਼। ਧਰਤੀ ਅੰਦਰ ਜਲ ਵਸੈ, ਜਲ ਬੌਰੰਗੀ ਰੱਸੀ ਮਿਲੰਦਾ। ਸੋ ਪਾਣੀ, ਧਰਤੀ ਵਿੱਚ ਪਾਣੀ ਰਹਿੰਦਾ, ਜਿਸ ਕਰਕੇ ਪਾਣੀ ਬਹੁਤ ਇੱਕ ਕਿਸਮ ਦਾ ਤੇ ਵੱਖਰੇ ਵੱਖਰੇ ਸਵਾਦਾਂ ਵਾਲਾ ਮਿਲਦਾ ਹੈ। ਰੱਸੀ ਜਿਉਂ ਕੋਈ ਚਲਾਉਂਦਾ, ਨੀਵਾਂ ਹੋਏ ਨਿਵਾਨ ਚਲੰਦਾ। ਪਾਣੀ ਨੂੰ ਜਿਵੇਂ ਕੋਈ ਚਲਾਉਂਦਾ ਹੈ, ਉਹ ਨੀਵੇਂ ਪਾਸੇ ਨੀਵੇਂ ਹੋ ਕੇ ਚਲਾ ਜਾਂਦਾ, ਨੀਵੇਂ ਹੀ ਨੀਵਾਂ ਜਾਂਦਾ, ਨੀਵਾਂ ਨਿਮਰਤਾ ਵਾਲਾ ਭਾਈ ਓਏ। ਤੋ ਧੁੱਪੇ ਤੱਤਾ ਹੋਏ ਕੈ,
ਧੁੱਪੇ ਤੱਤਾ ਹੋਏ ਕਹਿ ਛਾਵੇਂ ਠੰਡਾ ਹੋਏ ਰਹੰਦਾ। ਤੋ ਧੁੱਪੇ ਹੋਵੇ ਤਾਂ ਤੱਤਾ ਹੋ ਜਾਂਦਾ, ਛਾਂ ਵਿੱਚ ਹੋਵੇ ਤਾਂ ਠੰਡਾ ਹੋ ਕੇ ਰਹਿੰਦਾ। ਸੋ ਨਾਮਨ ਜੀਵਦਿਆਂ ਮੋਇਆਂ ਪੀਤੇ ਸ਼ਾਂਤ ਸੰਤੋਖ ਹਵੰਦਾ। ਜੀਵਦਿਆਂ ਤੇ ਮਰਨ ਤੇ ਵੀ ਪਾਣੀ ਹੀ ਮਨੁੱਖ ਨੂੰ ਨਵਾਉਂਦਾ ਹੈ। ਸੋ ਪਾਣੀ ਪੀਣ ਨਾਲ ਸ਼ਾਂਤੀ ਤੇ ਸੰਤੋਖ ਆਉਂਦਾ ਹੈ। ਦੇਖੋ ਜੀਵਦਿਆਂ ਵੀ ਅਸੀਂ ਰੋਜ਼ ਨਹਾਉਂਦੇ ਹਾਂ, ਮਰਨ ਤੇ ਵੀ ਪਾਣੀ ਨਵਾਉਂਦਾ ਹੈ। ਪਾਣੀ ਦੇਖ ਲਓ ਨਿਰਭਰ ਕਰਦਾ ਮੈਲਿਆਂ ਨੀਵੇਂ ਸਰਵਰ ਜਾਏ ਟਿਕੰਦਾ। ਸੋ ਭਾਈ ਇਹ ਪਾਣੀ ਮੈਲਿਆਂ ਕੱਪੜਿਆਂ ਆਦਿਕ ਨੂੰ ਸਾਫ਼ ਕਰਦਾ, ਸਰੀਰ ਨੂੰ ਸਾਫ਼ ਕਰਦਾ। ਫਿਰ ਨੀਵੀਂ ਥਾਂ ਵੱਲ ਰਿੜ ਕੇ ਕਿਸੇ ਤਲਾਬ ਸਰੋਵਰ ਛੱਪੜ ਵਿੱਚ ਇਕੱਠਾ ਹੁੰਦਾ ਹੈ। ਗੁਰਮੁਖ ਸੁਖ ਫਲ ਭਾਓ 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 ਸਹਿਜ ਬੈਰਾਗ ਸਦਾ ਬਿਕਸੰਦਾ। ਗੁਰਮੁਖ ਆਪਣੇ ਰੱਬੀ ਪ੍ਰੇਮ ਤੇ ਰੂਹਾਨੀ ਡਰ ਸਹਿਤ ਅਦਬ ਸਤਕਾਰ ਨਾਲ ਸਹਿਜ ਘਰ ਵਿੱਚ ਬੈਰਾਗ ਅਵਸਥਾ ਵਿੱਚ ਸਦਾ ਆਨੰਦ ਪ੍ਰਸੰਨ ਤੇ ਖਿੜਿਆ ਰਹਿੰਦਾ ਹੈ। ਪੂਰਨ ਪਰਉਪਕਾਰ ਕਰਨ ਦਾ ਪਾਣੀ ਵਾਂਗ ਪੂਰਾ ਪਰਉਪਕਾਰ ਕਰਦਾ ਰਹਿੰਦਾ ਹੈ। ਗੁਰਸਿੱਖ ਹੋਰਨਾਂ ਦੀ ਸੇਵਾ ਕਰਦਾ ਹੀ ਰਹਿੰਦਾ। ਪੌੜੀ ਤੀਜੀ। ਕਮਲ ਵਾਂਗ ਗੁਰਮੁਖ ਵੀ ਨਿਰਲੇਪ ਹੈ। ਜਲ ਵਿੱਚ ਕਮਲ ਅਲਿਪਤ ਹੈ, ਸੰਗ ਦੋਖ ਨਿਰਦੋਖ ਰਹੰਦਾ। ਪਾਣੀ ਵਿੱਚ ਕਮਲ ਫੁੱਲ ਅਲਿਪਤ ਹੈ। ਪਾਣੀ ਵਿੱਚ ਰਹਿਣ ਵਾਲੇ ਚਿੱਕੜ ਡੱਡੂ ਜਾਲੇ ਆਦਿਕ ਦੇ ਸੰਗ ਦੋਸ਼ ਵਿੱਚ ਵੀ ਨਿਰਦੋਸ਼ ਹੋ ਕੇ ਰਹਿੰਦਾ ਹੈ। ਮਤਲਬ ਪਾਣੀ ਵਿੱਚ ਰਹਿਣ ਵਾਲੇ ਚਿੱਕੜ ਡੱਡੂ ਜਾਲਾ ਮੱਛੀ ਆਦਿਕ ਦੇ ਸੰਗ ਉਹਦੇ ਵਿੱਚ ਹੀ ਰਹਿੰਦਾ ਹੈ, ਪਰ ਉਹਨਾਂ ਦੇ ਦੋਸ਼ਾਂ ਤੋਂ ਨਿਰਲੇਪ ਹੋ ਕੇ ਰਹਿੰਦਾ। ਤੋ ਸਰੀਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਭਰਿਆ ਹੋਇਆ, ਪਰ ਜੀਵ ਅਲਿਪਤ ਰਹਿੰਦਾ ਕਮਲ ਵਾਂਗੂ। ਰਾਤੀ ਭਵਰ ਲੁਭਾਇੰਦਾ ਸੀਤਲ ਹੋਏ ਸੁਗੰਧ ਮਿਲੰਦਾ। ਰਾਤ ਸਮੇਂ ਭਵਰੇ ਲਾਲਚੀ ਹੁੰਦੇ ਹਨ, ਤੋ ਸੀਤਲਤਾ ਤੇ ਸੁਗੰਧੀ ਲੈਂਦੇ ਹਨ। ਭਲਕੇ ਸੂਰਜ ਧਿਆਨਤ ਕਰ ਪ੍ਰਫੁੱਲਤਾ ਹੋਏ ਮਿਲੇ ਹਸੰਦਾ। ਪਰ ਦਿਨੇ ਸੂਰਜ ਨਿਕਲਦੇ ਹੀ ਸੂਰਜ ਵੱਲ ਮੂੰਹ ਕਰਕੇ ਖਿੜ ਪੈਂਦਾ, ਉਸ ਨੂੰ ਹੱਸਦਾ ਹੀ ਮਿਲਦਾ ਹੈ। ਖਿੜ ਕੇ ਮਿਲਦਾ, ਹੱਸਦਾ ਹੀ ਮਿਲਦਾ ਹੈ। ਤੋ ਗੁਰਮੁਖ ਸੁਖ ਫਲ ਸਹਿਜ ਘਰ ਵਰਤਮਾਨ ਅੰਦਰ ਵਰਤੰਦਾ। ਤੋ ਗੁਰਮੁਖ ਦਾ ਸਹਿਜ ਘਰ ਵਿੱਚ ਰਹਿਣਾ, ਸੱਚਖੰਡ ਰਹਿਣਾ ਹੀ ਸੁਖ ਫਲ ਹੈ। ਵਰਤਮਾਨ ਵਿੱਚ ਇਹੀ ਵਰਤਾਰਾ ਹੈ। ਲੋਕਾਚਾਰੀ ਲੋਕ ਵਿੱਚ ਵੇਦ ਵਿਚਾਰੀ ਕਰਮ ਕਰਨ ਦਾ। ਲੋਕਾਂ ਦੇ ਭਾਣੇ ਉਹ ਲੋਕਾਚਾਰੀ ਕਰਮ ਕਰਦੇ ਹੀ ਦਿਸਦੇ ਹਨ। ਵੇਦਾਂ ਦੇ ਉਚਾਰਨ ਵਾਲੇ ਉਹਨਾਂ ਨੂੰ ਵੇਦ ਰੀਤੀ ਵਾਲੇ ਤੇ ਹੋਰ ਕਰਮ ਕਾਂਡੀ ਉਹਨਾਂ ਨੂੰ ਆਪਣੇ ਵਰਗੇ ਕਰਮ ਕਰਨ ਵਾਲੇ ਹੀ ਸਮਝਦੇ, ਉਹਨਾਂ ਨੂੰ ਪਤਾ ਹੀ ਨਹੀਂ ਗੁਰਸਿੱਖ ਦਾ। ਸਾਵਧਾਨ ਗੁਰ ਗਿਆਨ ਵਿੱਚ ਜੀਵਨ ਮੁਕਤ ਜੁਗਤ ਵਿੱਚ ਰਹਿੰਦਾ। ਪਰ ਗੁਰਮੁਖ ਗੁਰੂ ਦੇ ਬਖਸ਼ੇ ਗਿਆਨ ਸਮਝ ਅਨੁਸਾਰ ਸਾਵਧਾਨ ਰਹਿੰਦੇ ਹਨ, ਜੀਵਨ ਮੁਕਤੀ ਜੁਗਤੀ ਵਿੱਚ ਹੀ ਵਿਚਰਦੇ ਹਨ। ਗੁਰਮੁਖ ਬਹੁਤ ਉੱਚਾ, ਰੱਬ ਵਰਗਾ। ਸਾਧ ਸੰਗਤ ਗੁਰ ਸ਼ਬਦ ਵਸੰਦਾ। ਸਾਧ ਸੰਗਤ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਉਸ ਨਾਲ ਜੁੜੇ ਰਹਿੰਦੇ ਹਨ। ਜਿੱਥੇ ਗੁਰ ਸ਼ਬਦ ਵਸੰਦਾ, ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਸਾਧ ਸੰਗਤ ਵਿੱਚ ਜੁੜੇ ਰਹਿੰਦੇ ਹਨ। ਸਾਧ ਸੰਗਤ ਵਿੱਚ ਬੜੇ ਕੰਮ ਹੈ। ਤੁਸੀਂ ਸੰਗਤ ਵਿੱਚ ਚਲੇ ਜਾਓ, ਝਾੜੂ ਪੋਚਾ ਕਰ ਦਿਓ, ਕਿੰਨਾ ਟਾਈਮ, ਘੰਟਾ ਲੱਗ ਜਾਣਾ। ਭਾਂਡੇ ਮਾਂਜ ਦਿਓ, ਘੰਟਾ ਲੱਗ ਜਾਣਾ। ਚਰਨ ਧੂੜ ਲੈਣ ਲੱਗ ਪਓ, ਘੰਟਾ ਲੱਗ ਜਾਣਾ। ਗੁਰੂ ਸਾਹਿਬ ਨੂੰ ਚੌਰ ਕਰਨ ਲੱਗ ਪਵੋ ਤਾਂ ਘੰਟਾ ਲੱਗ ਜਾਣਾ। ਤੋ ਬਿਰਸ਼ ਦੀ ਨਿਰਮਾਨਤਾ ਤੇ ਅਡੋਲਤਾ। ਬਿਰਸ਼ ਦੀ ਧਰਤੀ ਅੰਦਰ ਬਿਰਖ ਹੋਏ, ਪਹਿਲੋਂ ਦੇ ਜੜ ਪੈਰ ਟਿਕਾਈ। ਪਹਿਲੋਂ ਦੇ ਜੜ ਪੈਰ ਟਿਕਾਈ। ਪਹਿਲੋਂ ਦੇ ਇਹ ਧਰਤੀ ਬਿਰਸ਼ ਧਰਤੀ ਵਿੱਚ ਜੰਮ ਕੇ ਪਹਿਲਾਂ ਜੜ੍ਹਾਂ ਵਿੱਚ ਪੈਰ ਟਿਕਾਉਂਦਾ ਹੈ, ਉੱਚਾ ਉੱਠਦਾ ਹੈ। ਤੋ ਉੱਪਰ ਝੂਲੇ ਝੰਟਲਾ ਠੰਡੀ ਛਾਂ ਸੋ ਥਾਂ ਸੁਹਾਈ। ਤੋ ਉੱਪਰ ਪੱਤਰਾਂ ਤੇ ਟਾਹਣੀਆਂ ਦਾ ਖਿਲਾਰ ਝੰਟਲਾ ਝੂਟੇ ਝੂਟਦਾ ਠੰਡੀ ਛਾਂ ਕਰਕੇ ਉਹ ਸੋਹਣੀ ਛਾਂ ਵਾਲਾ ਲੱਗਦਾ। ਤੋ ਪਵਨ ਪਾਣੀ ਪਾਲਾ ਸਹੇ ਸਿਰ ਤਲਵਾਇਆ ਨੇਚਲ ਜਾਈ। ਹਵਾ ਪਾਣੀ ਮੀਂਹ ਪਾਲਾ ਕੱਕਰ ਸਹਾਰਦਾ। ਤੋ ਸਿਰ ਨੂੰ ਉਲਟਾ ਰੱਖ ਕੇ ਇੱਕੋ ਥਾਂ ਤੇ ਵਿਚਾਰਾ ਨੇਚਲ ਟਿਕਿਆ ਰਹਿੰਦਾ। ਤੋ ਫਲ ਦੇ ਵੱਟ ਵਗਾਇਆ ਸਿਰ ਕਰਵਤ ਲੈ ਲੋਹੇ ਤਰਾਈ। ਢੀਮਾ ਮਾਰਨ ਵਾਲੇ ਵੱਟੇ ਮਾਰਨ ਵਾਲਿਆਂ ਨੂੰ ਵੀ ਫਲ ਦਿੰਦਾ, ਬੁਰਾ ਨਹੀਂ ਤੱਕਦਾ। ਲੋਹੇ ਤੇ ਆਰੇ ਨਾਲ ਕੱਟਿਆ ਜਾਂਦਾ ਵਿਚਾਰਾ, ਫਿਰ ਵੀ ਬੇੜਾ ਬਣ ਕੇ ਲੋਹੇ ਨੂੰ ਤਾਰ ਦਿੰਦਾ। ਦੇਖੋ ਉਹਨੂੰ ਕੱਟਣ ਵਾਲੇ ਨੂੰ ਦਰਖਤ ਦੀ ਨਿਰਮਾਨਤਾ ਕੱਟਿਆ, ਫਿਰ ਵੀ ਲੋਹੇ ਨੂੰ ਤਾਰ ਦਿੰਦਾ।
ਸੋ ਜੁਰਮਕ ਜਨਮ ਸਕਾਰ ਥਾ ਪਰ ਪਕਾਰੀ ਸਹਿ ਸੁਭਾਈ। ਇਸੇ ਤਰ੍ਹਾਂ ਗੁਰਸਿੱਖ ਦਾ ਜਨਮ ਵੀ ਸਫਲਾ ਹੈ ਜੋ ਸਹਿ ਸੁਭਾਈ ਪਰਪਕਾਰ ਕਰਦੇ ਹਨ। ਇਹਨਾਂ ਨੂੰ ਕੋਈ ਮਾਰੇ ਕੋਈ ਕੁਛ ਕਹੇ ਉਹਦਾ ਵੀ ਭਲਾ। ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ। ਦੇਹੀ ਰੋਗ ਨਾ ਲੱਗੇ ਪੱਲੇ ਸਭ ਕੁਛ ਪਾਏ। ਮਿੱਤਰ ਨਾ ਸੱਤਰ ਨਾ ਮੋਹ ਧਰੋ ਸਮਦਰਸੀ ਗੁਰ ਸ਼ਬਦ ਸਮਾਈ। ਮਿੱਤਰਤਾ ਦੁਸ਼ਮਣੀ ਪਿਆਰ ਜਾਂ ਧੋਖਾ ਇਹਨਾਂ ਸਭ ਔਗਣਾਂ ਨੂੰ ਮਨ ਤੋਂ ਦੂਰ ਕਰਕੇ ਸਾਰਿਆਂ ਨੂੰ ਇੱਕ ਰੱਬ ਦੀ ਪੈਦਾਇਸ਼ ਸਮਝਦੇ ਹਨ। ਇੱਕ ਵਾਹਿਗੁਰੂ ਸਿਮਰਨ ਵਿੱਚ ਹੀ ਉਹ ਸਮਾਏ ਰਹਿੰਦੇ ਹਨ। ਸਾਰਿਆਂ ਨੂੰ ਵਾਹਿਗੁਰੂ ਦੇ ਪੁੱਤਰ ਸਮਝਦੇ ਹਨ ਤੇ ਉਹਨਾਂ ਦੀ ਦਰਖਤ ਵਾਂਗੂ ਸੇਵਾ ਕਰਦੇ ਰਹਿੰਦੇ ਹਨ। ਸਾਧ ਸੰਗਤ ਗੁਰਮਤਿ ਵਡਿਆਈ। ਪਰ ਇਹ ਸਭ ਵਡਿਆਈਆਂ ਗੁਰੂ ਦੀ ਸਿੱਖਿਆ ਲੈਣ ਤੇ ਸਾਧ ਸੰਗਤ ਵਿੱਚੋਂ ਹੀ ਪ੍ਰਾਪਤ ਹੁੰਦੀਆਂ ਹਨ। ਪੌੜੀ ਪੰਜਵੀਂ। ਮਲਾਹ ਰੂਪੀ ਪਰਪਕਾਰੀ ਗੁਰਸਿੱਖ ਹੈ। ਮਲਾਹ ਰੂਪੀ ਸਾਗਰ ਅੰਦਰ ਬੋਇਥਾ ਵਿੱਚ ਮਹਾਣਾ ਪਰ ਉਪਕਾਰੀ। ਭਾਈ ਸਮੁੰਦਰ ਵਿੱਚ ਜਹਾਜ਼ ਹੈ ਪਰ ਉਸ ਵਿੱਚ ਚਲਾਉਣ ਵਾਲਾ ਪਰਪਕਾਰੀ ਹੁੰਦਾ ਹੈ। ਮਲਾਹ ਬੜਾ ਪਰਪਕਾਰੀ ਮਹਾਣਾ। ਭਾਰ ਅਤ ਬੱਬਨ ਲੱਦੀਏ ਤੋ ਲੈ ਵਪਾਰ ਚੜੇ ਵਪਾਰੀ। ਲੈ ਵਪਾਰ ਚੜੇ ਵਪਾਰੀ। ਕਿੰਨਾ ਭਾਰ ਉਹਦੇ ਵਿੱਚ ਆਪਾਂ ਲੱਦ ਦਿੰਨੇ ਆ ਸਮੁੰਦਰ ਦੇ ਵਿੱਚ। ਭਾਰ ਅਥਰ ਬਨ ਲੱਦੀਏ ਲੈ ਵਪਾਰ ਚੜਨ ਵਪਾਰੀ। ਤੇ ਉਹਦੇ ਵਿੱਚ ਬੜਾ ਬੇਅੰਤ ਭਾਰ ਬਹੁਤ ਭਾਰ ਲੱਦੀ ਦਾ। ਵਪਾਰੀ ਲੋਕ ਵਪਾਰੀ ਵਸਤਾਂ ਲੈ ਕੇ ਚੜ੍ਹਦੇ ਹਨ। ਸਾਇਰ ਲਹਿਰ ਨਾ ਵਿਆਪਨੀ ਅਤੇ ਅਸਗਾ ਅਥਾ ਅਪਾਰੀ। ਜਹਾਜ਼ ਵਿੱਚ ਬੈਠਿਆਂ ਬਹੁਤ ਡੂੰਘੇ ਸਮੁੰਦਰ ਦੀਆਂ ਲਹਿਰਾਂ ਦਾ ਦੁੱਖ ਨਹੀਂ ਹੁੰਦਾ ਭਾਵੇਂ ਸਮੁੰਦਰ ਕਿੰਨਾ ਹੀ ਡੂੰਘਾ ਤੇ ਲੰਬਾ ਤੇ ਚੌੜਾਈ ਵਾਲਾ ਹੋਵੇ। ਤੋ ਬਾਲੇ ਪੂਰ ਲੰਘਾਇਂਦਾ ਸਹੀ ਸਲਾਮਤ ਪਾਰ ਉਤਾਰੀ। ਤੋ ਜਹਾਜ਼ ਦਾ ਪਰਪਕਾਰੀ ਤੇ ਸਿਆਣਾ ਮਲਾਹ ਕਿੰਨੇ ਹੀ ਮੁਸਾਫਰਾਂ ਦੇ ਪੂਰ ਭਰ ਕੇ ਸਮੁੰਦਰ ਦੀ ਲਹਿਰਾਂ ਤੋਂ ਬਚਾ ਕੇ ਸਹੀ ਸਲਾਮਤ ਸਭ ਨੂੰ ਪਰਲੇ ਕਿਨਾਰੇ ਪਹੁੰਚਾ ਦਿੰਦਾ ਹੈ। ਵਪਾਰੀ ਲੋਕ ਆਪਣਾ ਮਾਲ ਵੇਚ ਕੇ ਦੂਣਾ ਚੌਣਾ ਨਫਾ ਲੈ ਕੇ ਵਾਪਸ ਆ ਕੇ ਫਿਰ ਆਪਣੇ ਨਿੱਜੀ ਕੰਮਾਂ ਕਾਜਾਂ ਨੂੰ ਸਵਾਰਦੇ ਹਨ। ਤੋ ਗੁਰਮੁਖ ਸੁਖ ਫਲ ਸਾਧ ਸੰਗ ਭਵਜਲ ਅੰਦਰ ਦੁੱਤਰ ਤਾਰੀ। ਤੋ ਗੁਰਮੁਖ ਦਾ ਜੀਵਨ ਵੀ ਮਨੋਰਥ ਸਾਧ ਸੰਗਤ ਹੀ ਸੁੱਖਾਂ ਦਾ ਘਰ ਹੈ। ਇਹੀ ਜਹਾਜ਼ ਹੈ ਜਿਸ ਵਿੱਚ ਸੰਸਾਰੀ ਲੋਕਾਂ ਨੂੰ ਅੰਮ੍ਰਿਤ ਛਕਾ ਕੇ ਬਿਠਾ ਕੇ ਵਾਹਿਗੁਰੂ ਸਿਮਰਨ ਦੇ ਸਹਾਰੇ ਇਸ ਔਖੇ ਸਰੀਰ ਸਮੁੰਦਰ ਤੋਂ ਤਾਰ ਕੇ ਪਾਰ ਲੰਘਾ ਦਿੰਦੇ ਹਨ। ਜੀਵਨ ਮੁਕਤ ਜੁਗਤ ਨਿਰੰਕਾਰੀ। ਗੁਰਮੁਖ ਜੀਵਨ ਮੁਕਤ ਹੈ। ਨਿਰੰਕਾਰੀ ਬਾਬੇ ਨਾਨਕ ਦੀ ਦੱਸੀ ਹੋਈ ਸਿਮਰਨ ਜੁਗਤੀ ਨਾਲ ਜੀਵਨ ਮੁਕਤ ਹੋਏ ਹਨ। ਪੌੜੀ ਛੇਵੀਂ। ਗੁਰਮੁਖ ਬਾਵਨ ਚੰਦਨ ਹੈ। ਬਾਵਨ ਚੰਦਨ ਬਿਰਖ ਹੋਏ ਵਨਖੰਡ ਅੰਦਰ ਵਸੇ ਉਜਾੜੀ। ਤੋ ਭਾਈ 52 ਉਂਗਲ 52 ਉਂਗਲ ਉੱਚਾ ਹੋ ਕੇ ਚੰਦਨ ਦਾ ਰੁੱਖ ਉਜਾੜ ਬਿਆਬਾਨ ਜੰਗਲ ਵਿੱਚ ਪੈਦਾ ਹੁੰਦਾ ਹੈ। ਸੋ ਪਾਸ ਨਿਵਾਸ ਬਨਸਪਤ ਨੇਚਲ ਲਾਏ ਉਰਦ ਤਪਤਾਰੀ ਤਪਤਾੜੀ। ਤੋ ਉਹਦੇ ਆਸ-ਪਾਸ ਜਿੰਨੀ ਬਨਸਪਤੀ ਹੈ ਉਹਨਾਂ ਵਿੱਚ ਟਿਕ ਕੇ ਉਰਦ ਘੋਰ ਤਪ ਤੇ ਸਮਾਧੀ ਲਾਂਦਾ ਹੈ। ਖੜਾ ਹੈ ਮਤਲਬ। ਸੋ ਪਵਨ ਗਮਨ ਸਨ ਬੰਦ ਕਰ ਗੰਧ ਸੁਗੰਧ ਉਲਾਸ ਉਗਾੜੀ। ਹਵਾ ਦੇ ਇੱਧਰ ਉੱਧਰ ਚੱਲਣ ਦੇ ਸੰਬੰਧ ਨਾਲ ਚੰਦਨ ਆਪਣੀ ਮਹਿਕ ਦੀ ਸੁਗੰਧਤਾ ਖੁਸ਼ੀ ਖੁਸ਼ੀ ਇੱਧਰ ਉੱਧਰ ਭੇਜ ਕੇ ਸੁਗੰਧਤਾ ਨੂੰ ਪ੍ਰਗਟ ਕਰਦਾ ਹੈ। ਸਾਰਿਆਂ ਨੂੰ ਚੰਦਨ ਬਣਾਉਂਦਾ। ਹਵਾ ਚੰਦਨ ਬਣਾਉਂਦੀ ਹੈ। ਚੰਦਨ ਵੀ ਕੁਛ ਨਹੀਂ ਕਰਦਾ। ਚੰਦਨ ਖੁਸ਼ਬੂ ਦਿੰਦਾ। ਹਵਾ ਆਉਂਦੀ ਹੈ ਉਹਦੀ ਖੁਸ਼ਬੂ ਨੂੰ ਨਾਲ ਲੈ ਕੇ ਨਾਲ ਦੇ ਬੂਟਿਆਂ ਨੂੰ ਲੱਗਦੀ ਹੈ ਤੇ ਉਹ ਬੂਟਾ ਗ੍ਰਹਿਣ ਕਰ ਲੈਂਦਾ। ਅਫਲ ਸਫਲ ਸਮਦਰਸ ਹੋਏ ਕਰੇ ਬਨਸਪਤ ਚੰਦਨ ਵਾੜੀ। ਫਲ ਤੋਂ ਬਗੈਰ ਹੈ ਕਿ ਫਲ ਵਾਲਾ ਹੈ। ਅੱਕ ਰਿੰਡ ਹੈ। ਸਭ ਨੂੰ ਇੱਕੋ ਜਿਹੀ ਇੱਕੋ ਭਾਵਨਾ ਨਾਲ ਸੁਗੰਧੀ ਬਖਸ਼ ਕੇ ਆਲੇ ਦੁਆਲੇ ਚੰਦਨ ਦੀ ਵਾੜੀ ਬਗੀਚਾ ਚੰਦਨ ਵਰਗੇ ਬਣਾ ਦਿੰਦਾ। ਗੁਰਮੁਖ ਸੁਖ ਫਲ ਸਾਧ ਸੰਗ ਪਤਤ ਪੁਨੀਤ ਕਰੇ ਦਿਹਾੜੀ। ਗੁਰਮੁਖ ਦਾ ਜੀਵਨ ਮਨੋਰਥ ਹੈ ਸੁੱਖਾਂ ਦੀ ਪ੍ਰਾਪਤੀ। ਉਹ ਹੈ ਸਾਧ ਸੰਗਤ ਜੋ ਚੰਦਨ ਵਰਗਾ ਹੈ। ਵਿਕਾਰੀਆਂ ਨੂੰ ਇੱਕ ਦਿਨ ਵਿੱਚ ਪਵਿੱਤਰ ਕਰ ਦਿੰਦਾ ਹੈ। ਅੱਜ ਹੀ ਅੰਮ੍ਰਿਤ ਛਕਾਓ ਸਿਮਰਨ ਕਰਾਓ ਹੋ ਗਿਆ ਪਵਿੱਤਰ। ਕਿਵੇਂ? ਅੱਗੇ ਤੋਂ ਤਾਂ ਕੋਈ ਕੁਰੈਤ ਨਹੀਂ ਕਰਨੀ। ਹੋ ਗਿਆ ਨਾ ਪਵਿੱਤਰ। ਕੁਰੈਤ ਕਰਨ ਨਾਲ ਪਵਿੱਤਰ ਹੋਈਦਾ ਤੇ ਨਹੀਂ ਤਾਂ ਪਵਿੱਤਰ ਹੀ ਰਹਿੰਦਾ। ਸੋ ਅੰਮ੍ਰਿਤ ਛਕਣ ਤੋਂ ਬਗੈਰ ਤੁਸੀਂ ਕੁਰੈਤ ਨਹੀਂ ਛੱਡ ਸਕਦੇ। ਕੁਰੈਤ ਨਹੀਂ ਛੱਡ ਸਕਦੇ। तो शरीर का दूसरा नाम कुरैत है। ये कुरैती है, पुतला है। औगण कीते गुण करे कच पकाई
ਉੱਪਰ ਵਾੜੀ। ਗੁਰਮੁਖ ਵਿਕਾਰੀਆਂ ਨਾਲ ਵੀ ਪਰਪਕਾਰ ਕਰਦੇ ਹਨ। ਕੱਚੇ ਵਿਕਾਰੀ ਸੰਗਤ ਵਾੜੀ ਤੋਂ ਸੁਗੰਧੀ ਵਾਲੀ ਬਗੀਚੀ ਵਿੱਚ ਆ ਕੇ ਪੱਕ ਜਾਂਦੇ ਹਨ। ਗੁਰਮੁਖ ਬਣ ਜਾਂਦੇ ਹਨ। ਨੀਰ ਨਾ ਡੋਬੇ ਅੱਗ ਨਾ ਸਾੜੀ। ਹੁਣ ਪਦਾਰਥਾਂ ਦਾ ਲਾਲਚ ਵਿਕਾਰਾਂ ਦੇ ਪਾਣੀ ਵਿੱਚ ਨਹੀਂ ਡੋਬਦਾ। ਈਰਖਾ ਜਾਂ ਨਿੰਦਾ ਚੁਗਲੀ ਦੀ ਅੱਗ ਵਿੱਚ ਸੜਦਾ ਨਹੀਂ ਸੜਦਾ। ਗੁਰਮੁਖ ਸੂਰਜ ਦੀ ਨਿਆਈ ਪਰਪਕਾਰੀ। ਗੁਰਮੁਖ ਰਾਤ ਹਨੇਰੀ ਅੰਧਕਾਰ ਲੱਖ ਕਰੋੜੀ ਚਮਕਣ ਤਾਰੇ। ਰਾਤ ਹਨੇਰੀ ਤੇ ਹਨੇਰੇ ਵਿੱਚ ਲੱਖਾਂ ਕਰੋੜਾਂ ਤਾਰੇ ਚਮਕਦੇ ਹਨ। ਘਰ ਘਰ ਦੀਵੇ ਬਾਲੀਅਨ ਪਰ ਘਰ ਤੱਕਣ ਚੋਰ ਚਕਾਰੇ। ਤੋਂ ਘਰਾਂ ਵਿੱਚ ਦੀਵੇ ਬਾਲ ਕੇ ਚਾਨਣ ਕੀਤਾ ਜਾਂਦਾ ਹੈ, ਕਿਉਂ ਜੋ ਚੋਰ ਚੱਕੇ ਪਰਾਏ ਘਰ ਚੋਰੀ ਕਰਨ ਲਈ ਤਾਲ ਲਾਉਂਦੇ ਰਹਿੰਦੇ ਹਨ। ਹਾਟ ਪਟਣ ਘਰ ਬਾਰੀਆਂ ਦੇ ਤਾਕ ਸਵਨ ਨਰ ਨਾਰੇ। ਜੋ ਦੁਕਾਨਾਂ ਵਾਲੇ ਸ਼ਹਿਰਾਂ ਵਿੱਚ ਤੇ ਘਰਾਂ ਵਾਲੇ ਘਰਾਂ ਵਿੱਚ ਬੂਹੇ ਮਾਰ ਕੇ ਇਸਤਰੀਆਂ ਤੇ ਪੁਰਸ਼ ਸੌਂਦੇ ਹਨ। ਸੂਰਜ ਜੋਤ ਉਦੇਤ ਕਰ ਤਾਰੇ ਰਾਤ ਹਨੇਰ ਨਿਵਾਰੇ। ਤੇ ਜਦੋਂ ਸੂਰਜ ਚੜ੍ਹਦਾ ਹੈ ਤਾਂ ਆਪਣੇ ਪ੍ਰਕਾਸ਼ ਨਾਲ ਤਾਰਿਆਂ ਨੂੰ ਲੁਕਾ ਕੇ ਰਾਤ ਦਾ ਹਨੇਰਾ ਖਤਮ ਕਰ ਦਿੰਦਾ ਹੈ। ਬੰਧਨ ਮੁਕਤ ਕਰਾਇੰਦਾ ਨਾਮਦਾਨ ਇਸ਼ਨਾਨ ਵਿਚਾਰੇ। ਬੰਧਨ ਤੋਂ ਹਨੇਰੇ ਰਾਤ ਦੇ ਬੰਦੇ ਹੋਏ ਲੋਕ ਅੰਦਰ ਬੰਧਨਾਂ ਤੋਂ ਛਡਾਉਂਦਾ ਹੈ। ਨਾਮਦਾਨ ਇਸ਼ਨਾਨ ਕਰਨ ਦਾ ਸਮਾਂ ਵਿਚਾਰੇ ਲੋਕਾਂ ਨੂੰ ਦਿੰਦਾ ਹੈ। ਨਾਮਦਾਨ ਇਸ਼ਨਾਨ ਕਰਕੇ ਬਾਣੀ ਵਿਚਾਰਦੇ ਹਨ। ਤੋ ਗੁਰਮੁਖ ਸੁਖ ਫਲ ਸਾਧ ਸੰਗ ਪਸ ਪ੍ਰੇਤ ਪਤਤ ਨਿਸਤਾਰੇ। ਗੁਰਸਿੱਖਾਂ ਦਾ ਜੀਵਨ ਮਨੋਰਥ ਹੈ ਸੁੱਖਾਂ ਦੀ ਪ੍ਰਾਪਤੀ। ਉਹ ਹੈ ਸਾਧ ਸੰਗਤ ਵਿੱਚ ਵਾਹਿਗੁਰੂ ਨਾਮ ਜਪਣਾ। ਸਾਧ ਸੰਗਤ ਦੇਵੀ ਗੁਣਾਂ ਦੀ ਚੰਦਨ ਦੀ ਫੁਲਵਾੜੀ ਹੈ। ਇੱਥੇ ਪਸ਼ੂ ਬਿਰਤੀ ਵਾਲੇ ਭੂਤਰੇ ਪ੍ਰੇਤ ਵਿਕਾਰੀ ਸਾਰੇ ਅੰਮ੍ਰਿਤ ਛਕ ਕੇ ਨਾਮ ਜਪ ਕੇ ਤਰ ਜਾਂਦੇ ਹਨ। ਪਰਪਕਾਰੀ ਗੁਰੂ ਪਿਆਰੇ, ਗੁਰੂ ਦੇ ਪਿਆਰੇ ਅੰਮ੍ਰਿਤਧਾਰੀ ਗੁਰਸਿੱਖ ਪਰਪਕਾਰੀ ਹਨ। ਸਰਬੱਤ ਦਾ ਭਲਾ ਲੋਚਦੇ ਹਨ। ਸਰਬੱਤ ਦਾ ਭਲਾ ਲੋਚਦੇ ਹਨ। ਸਰਬੱਤ ਦਾ ਭਲਾ। तो साध संगत मान सरोवर है। साध संगत मान सरोवर है। मान सरोवर तो मान सरोवर आखिए उपर हंस सुवंश बसंदे। मान सरोवर झील आखी दी है, उस उपर हंस परमहंस वसते हैं। मोती मानक मानसर चुन चुन हंस अमोल चुगंदे। मान सरोवर झील विच कीमती मोती मानक चुन चुन के हंस खांदे हैं। खीर नीर निवार दे लहरी अंदर फिरन तरंदे। तो दुध ते पानी अड करके लहरा अंदर तरदे फिरते हैं। मान सरोवर छड़ के होर ते छाए न जाए बहंदे। मान सरोवर नूं छड़ के होर किसे गंदी थां ते जाके नहीं बैठदे। गुरमुख सुख फल साध संग परमहंस गुरसिख सुहंदे। तो गुरसिख दा जीवन गुरमुख सुख फल साध संग परमहंस गुरसिख सुहंदे। गुरमुखां दा जीवन मनोरथ है। सਦੀवी सुखां दी प्राप्ति ਉਹ ਹੈ